ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ, ਵੱਡੇ ਮੁੱਦਿਆਂ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ। ਧੰਨਵਾਦ। ਹਮੀਰ ਸਿੰਘ ਜੀ, ਪਹਿਲਾ ਜਿਹੜਾ ਮੁੱਦਾ ਆ ਉਹ ਪੰਜਾਬ ਦੇ NRI ਜਿਹੜੇ ਪੰਜਾਬੀ ਨੇ, ਪ੍ਰਵਾਸੀ ਪੰਜਾਬੀਆਂ ਦੇ ਨਾਲ ਜੁੜਿਆ। ਨਵੀਂ ਸਰਕਾਰ ਬਣੀ ਆ, ਹਾਲਾਂਕਿ ਕਹਿੰਦੇ ਮੁਲਕ ਦੇ ਹੋਰ ਵੀ ਜਿਹੜੇ ਸੂਬੇ ਨੇ ਉਹਨਾਂ ਤੋਂ ਲੋਕ ਬਾਹਰਲੇ ਮੁਲਕਾਂ 'ਚ ਜਾਂਦੇ ਨੇ, ਪਰ ਉਹ ਇੱਥੇ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਨੇ। ਉਹ ਇੱਥੇ ਆਪਣੀਆਂ ਪ੍ਰਾਪਰਟੀਆਂ ਖਰੀਦਦੇ ਨੇ ਜਾਂ ਕੋਈ ਵਪਾਰ ਖੜਾ ਕਰਦੇ ਨੇ। ਪਰ ਪੰਜਾਬ ਵਾਲੇ ਜਿਹੜੇ ਨੇ, ਜਿਹੜੇ ਆਪਣੀ ਜ਼ਮੀਨ ਨੂੰ ਮਾਂ ਦੱਸਦੇ ਨੇ, ਉਹ ਵੇਚਣ ਨੂੰ ਤਰਜੀਹ ਦਿੰਦੇ ਨੇ, ਅਸੁਰੱਖਿਅਤ ਮਹਿਸੂਸ ਕਰਦੇ ਨੇ। ਉੱਥੋਂ ਇੱਥੇ ਆ ਕੇ ਵੀ ਜਿਹੜਾ ਉਹ ਕਿਤੇ ਨਿਵੇਸ਼ ਨਹੀਂ ਕਰਦੇ। ਕਾਰਨ ਇਹ ਹੈ ਕਿ ਉਹ ਕਹਿੰਦੇ ਖੱਜਲ ਖੁਆਰੀ ਝੱਲਣੀ ਪੈਂਦੀ। ਹੋਰ ਬੜੇ ਜਿਹੜੇ NRI ਪੰਜਾਬੀਆਂ ਦੇ ਮਸਲੇ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਕੀ ਇਹ ਸਰਕਾਰ ਜਿਹੜੀ ਭਗਵੰਤ ਸਿੰਘ ਮਾਨ ਹੋਰਾਂ ਦੀ ਆ, ਉਹ ਪ੍ਰਵਾਸੀ ਪੰਜਾਬੀਆਂ ਦੇ ਮੁੜ ਵਸੇਬੇ ਜਾਂ ਕਹਿ ਲਓ ਕਿ ਪੰਜਾਬ ਵਾਪਸੀ ਬਾਰੇ ਸੋਚੇਗੀ। ਅਸਲ ਦੇ ਵਿੱਚ ਜਿਹੜਾ ਮਾਹੌਲ ਹੁੰਦਾ ਹੈ ਉਹ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿਸੇ ਦੇਸ਼ ਦੇ ਵਿੱਚ, ਕਿਸੇ ਸੂਬੇ ਦੇ ਵਿੱਚ। ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਆਪਾਂ ਬਾਰ-ਬਾਰ ਇਹ ਗੱਲ ਕਰਦੇ ਹਾਂ, ਤੇ ਸਰਕਾਰ ਈਵਨ ਭਗਵੰਤ ਮਾਨ ਉਹਨਾਂ ਨੇ ਵੀ ਕੀਤੀ ਕਿ ਸਾਡਾ ਜਿਹੜਾ ਹੁਨਰ ਹੈ ਤੇ ਪੈਸਾ ਡਰੇਨ ਹੋ ਰਿਹਾ ਤੇ ਲਗਾਤਾਰ ਜਾ ਰਿਹਾ, ਫੋਰਸਡ ਹੋ ਰਿਹਾ। ਮਤਲਬ ਇਹ ਫੋਰਸਡ ਮਾਈਗ੍ਰੇਸ਼ਨ ਹੈ, ਜਬਰੀ। ਇੱਕ ਹੁੰਦੀ ਹੈ ਵੀ ਤੁਸੀਂ ਧੱਕੇ ਦੇ ਰਹੇ ਹੋ ਬੰਦਿਆਂ ਨੂੰ ਤੇ ਕੱਢ ਰਹੇ ਹੋ ਵੀ ਤੂੰ ਚਲਾ ਜਾ ਜਿੱਥੇ ਜਾਣਾ ਹੈ। ਇੱਕ ਇਹ ਹੁੰਦੀ ਹੈ ਕਿ ਨਹੀਂ, ਉਹ ਇੱਥੇ ਹੀ ਰਹਿੰਦਾ ਹੈ ਔਰ ਰਹਿਣਾ ਚਾਹੁੰਦਾ, ਤੇ ਉਹਦੇ ਲਈ ਮਾਹੌਲ ਵੀ ਹੈਗਾ। ਤੇ ਕੁਝ ਬੰਦੇ ਪੜ੍ਹਨ ਲਿਖਣ ਲਈ ਕਿਤੇ ਜਾਂਦੇ ਨੇ, ਜਾ ਕੇ ਮੁੜ ਕੇ ਆ ਜਾਂਦੇ ਨੇ ਤੇ ਉਹ ਆਪਣੇ ਦੇਸ਼ ਦੀ ਤੇ ਆਪਣੇ ਇਲਾਕੇ ਦੀ ਵੀ ਸੇਵਾ ਕਰਦੇ ਨੇ। ਕੁਝ ਨੇ ਉਦੋਂ ਵੱਡੇ ਪੱਧਰ ਤੇ ਵਿਚਰਨਾ ਹੁੰਦਾ ਤਾਂ ਵਿਚਰ ਲੈਂਦੇ ਨੇ। ਇੱਕ ਤਾਂ ਇਹ ਸਵਾਲ ਹੈ ਕਿ ਸਾਡੇ ਮਾਹੌਲ ਨੇ ਜਿਹਦੇ 'ਚ ਬੇਰੁਜ਼ਗਾਰੀ ਬਹੁਤ ਵੱਡਾ ਕੁਐਸਚਨ ਹੈ, ਜਿਹਦੇ 'ਚ ਨਸ਼ੇ ਨੇ, ਜਿਹਦੇ 'ਚ ਕਾਨੂੰਨ ਵਿਵਸਥਾ ਦਾ ਨਾ ਹੋਣਾ ਹੈ, ਪੁਲਿਸ ਦਾ ਟੈਰਰ ਹੈ, ਪੁਲਿਸ ਦਾ ਤਸ਼ੱਦਦ ਵੀ ਹੈ ਪਿਛਲੀ ਬੈਕਗਰਾਊਂਡ ਦੇ ਵਿੱਚ। ਕਿੰਨੀਆਂ ਚੀਜ਼ਾਂ ਨੇ ਜਿਹਨੇ ਜੁੜ ਕੇ ਮਤਲਬ ਲੋਕਾਂ ਨੂੰ ਬਾਹਰ ਐਡੀ ਵੱਡੀ ਪੱਧਰ ਤੇ ਬਾਹਰ ਜਾਣ ਦੇ ਲਈ ਜਿਹੜਾ ਫੋਰਸ ਕੀਤਾ, ਮਜਬੂਰ ਕੀਤਾ। ਤੇ ਅਜੇ ਵੀ ਉਹਨਾਂ 'ਚ ਕਈ ਮਤਲਬ ਪਰਤਾਂ ਨੇ, ਜਿਹੜੇ ਪ੍ਰਵਾਸੀ ਭਾਰਤੀ ਵੀ ਨੇ ਉਹਨਾਂ 'ਚ ਕਈ ਪਰਤਾਂ ਨੇ। ਇੱਕ ਪਰਤ ਦਾ ਹਿੱਸਾ ਇਹ ਵੀ ਹੈ ਵੀ ਇੱਥੋਂ ਖਾੜਕੂਵਾਦ ਦੇ ਵੇਲੇ ਗਏ ਸੀਗੇ ਜਾਲੀ ਪਾਸਪੋਰਟਾਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ, ਜਾਂ ਕੋਈ ਪਾਸਪੋਰਟ ਬਣਾ ਕੇ, ਜਿਨ੍ਹਾਂ ਨੇ ਰਾਜਨੀਤਿਕ ਸ਼ਰਨ ਨਹੀਂ ਸੀ, ਸਿਆਸੀ ਸ਼ਰਨ। ਉਹਨਾਂ ਚੋਂ ਕਾਫੀ ਹਿੱਸਾ, ਕਈ ਅਜੇ ਵੀ ਕੁਝ ਬੰਦੇ ਇਹੋ ਜਿਹੇ ਨੇ ਜਿਹੜੇ ਆਪਣੇ ਪਿੰਡ, ਆਪਣੇ ਲੋਕਾਂ, ਆਪਣੇ ਭਾਈਚਾਰੇ ਦੇ ਵਿੱਚ ਆਉਣਾ ਲੋਚਦੇ ਨੇ, ਪਰ ਇਸ ਡਰ ਤੋਂ ਨਹੀਂ ਆ ਰਹੇ ਕਿ ਉੱਥੇ ਜਾ ਕੇ, ਕਿਉਂਕਿ ਕਿਸੇ ਦੇ ਖਿਲਾਫ ਕੋਈ ਨਾ ਕੋਈ ਕੇਸ ਖੜਾ, ਕਿਸੇ ਦੇ ਖਿਲਾਫ ਕੋਈ ਗੱਲ ਹੈ, ਤੇ ਉਹਨਾਂ ਨੂੰ ਉਹ ਫੜੇ ਜਾ ਸਕਦੇ ਨੇ। ਤੇ ਫੜ ਕੇ ਫਿਰ ਇਹ ਵੀ ਨਹੀਂ ਪਤਾ, ਸਾਡੇ ਕੋਈ ਨਿਆਂ ਦਾ ਟਾਈਮ ਬਾਉਂਡ ਸਿਸਟਮ ਤਾਂ ਹੈ ਨਹੀਂ ਕਿ ਪੁਲਿਸ ਇਕੱਲਾ ਉਹੀ ਕੇਸ ਰੱਖੂਗੀ ਜਾਂ ਹੋਰ ਵੀ ਪਾ ਦਊਗੀ, ਅਦਾਲਤ ਤੁਰੰਤ ਨਿਆਂ ਦੇ ਦਊਗੀ, ਜਾਂ ਸਾਲਾਂ ਦਰ ਸਾਲ ਇੱਥੇ ਲਟਕਦੇ ਰਹਿਣਗੇ। ਇੱਕ ਹਿੱਸਾ ਉਹ ਹੈ, ਉਹਦੇ ਬਾਰੇ ਵੀ ਬਹੁਤ ਘੱਟ ਸੋਚਿਆ ਜਾ ਰਿਹਾ। ਕਦੇ ਉਹਨੂੰ ਕਾਲੀ ਸੂਚੀ ਦੀ ਇੱਕ ਤਾਂ ਗੱਲ ਕਰਦੇ ਆ, ਜ਼ਰੂਰੀ ਨਹੀਂ ਸਾਰੇ ਕਾਲੀ ਸੂਚੀ ਵਾਲੇ ਨੇ। ਉਹ ਕਾਲੀ ਸੂਚੀ ਤੋਂ ਬਿਨਾਂ ਵੀ ਬਥੇਰੇ ਬੰਦੇ ਨੇ ਜਿਨ੍ਹਾਂ ਤੇ ਛੋਟੇ ਮੋਟੇ ਕੇਸ ਨੇ, ਪਰ ਉਹ ਡਰਦੇ ਨਹੀਂ ਜਦ ਤੱਕ ਆ ਰਹੇ, ਜਦ ਤੱਕ ਗਵਰਨਮੈਂਟ ਇਹ ਫੈਸਲਾ ਕਰੇ ਟੋਟਲੀ ਵੀ ਉਸ ਮੂਵਮੈਂਟ ਤੋਂ ਬਾਅਦ ਜਿਨ੍ਹਾਂ ਦਾ ਕਿਰਦਾਰ ਹੁਣ ਜਿਹਦਾ ਅਸੀਂ ਦੇਖ ਰਹੇ ਹਾਂ ਕਿ ਉਹ ਆਪਣਾ ਕੰਮ ਕਰਦੇ ਨੇ, ਜੀਵਨ ਗੁਜ਼ਾਰ ਰਹੇ ਨੇ ਤੇ ਇੱਥੇ ਆਉਣਾ ਚਾਹੁੰਦੇ ਨੇ। ਕੋਈ ਬਹੁਤ ਜ਼ਿਆਦਾ ਥ੍ਰੈਟ ਤੁਹਾਨੂੰ ਕਿਸੇ ਤੋਂ ਨਜ਼ਰ ਨਹੀਂ, ਜਿਹੜਾ ਉਹ ਸਾਰਿਆਂ ਨੂੰ ਤਾਂ ਇੱਕ ਮੌਕਾ ਵੈਸੇ ਹੀ ਦੇ ਦੇਣ। ਪਹਿਲਾਂ ਆਉਣ ਜਾਣ ਤਾਂ ਸਹੀ ਨਾ, ਉਹ ਆਪਣੇ ਵੀ ਆਓ ਜੀ, ਤੁਸੀਂ ਆ ਕੇ ਮਿਲ ਕੇ ਚਲੇ ਜਾਓ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਔਰ ਦੂਜੀ ਗੱਲ ਇਹ ਹੈ ਕਿ ਦੂਜੇ ਬੰਦੇ ਉਹ ਨੇ ਉਹਦੇ 'ਚ ਜਿਹੜੇ ਜਦੋਂ ਤਾਂ ਆਈਲੈਟਸ ਸ਼ੁਰੂ ਨਹੀਂ ਸੀ ਹੋਇਆ, ਜਿਹੜੇ ਇਲੀਗਲ ਤਰੀਕੇ ਨਾਲ ਗਏ ਹੋਏ ਨੇ। ਉਹਨਾਂ 'ਚੋਂ ਕਾਫੀ ਬੰਦੇ ਜੇਲ੍ਹਾਂ 'ਚ ਵੀ ਨੇ, ਕਈਆਂ ਨੂੰ ਉਹਨਾਂ ਨੇ ਡਿਪੋਰਟ ਵੀ ਕਰਨਾ ਸ਼ੁਰੂ ਕਰਤਾ ਸੀ, ਵਾਪਸ ਭੇਜਣਾ ਸ਼ੁਰੂ ਕਰਤਾ ਸੀ। ਕਈ ਧੱਕੇ ਧੋੜੇ ਖਾਂਦੇ ਹੌਲੀ ਹੌਲੀ ਐਡਜਸਟ ਹੋ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਾਨੂੰਨੀ ਰੂਪ ਦੇ ਵਿੱਚ, ਸੈਟਅਪ ਦੇ ਵਿੱਚ। ਤੀਜੇ ਉਹ ਨੇ ਜਿਹੜੇ ਪਹਿਲੇ ਇਦੋਂ ਵੀ ਪੁਰਾਣੇ ਗਏ ਹੋਏ ਨੇ, ਜਿਹੜੇ ਸੈਟਲਡ ਹੋ ਗਏ ਕਿਸੇ ਤਰੀਕੇ ਨਾਲ, ਕੋਈ ਕਿਸੇ ਦੂਜੀ ਸੰਸਾਰ ਜੰਗ ਵੇਲੇ ਗਿਆ ਸੀ, ਉਹਨਾਂ ਦੀਆਂ 3-3 ਪੀੜ੍ਹੀਆਂ, 4-4 ਪੀੜ੍ਹੀਆਂ ਐਸਟੈਬਲਿਸ਼ ਹੋ ਗਈਆਂ। ਉੱਥੇ ਦੀ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਰੋਲ ਹੋ ਗਿਆ, ਬਾਕੀ ਚੀਜ਼ਾਂ ਦੇ ਵਿੱਚ ਵੀ ਭੂਮਿਕਾ ਹੋ ਗਈ। ਉਹ ਵੀ ਇੱਕ ਪ੍ਰਵਾਸੀ ਉਹਨਾਂ ਦਾ ਨਾਮ ਹੈ। ਤੇ ਅਗਲੀ ਗੱਲ ਹੈਗੀ ਹੈ ਕਿ ਇੱਥੇ ਆਈਲੈਟਸ ਰਾਹੀਂ ਜਿਹੜੇ ਬੱਚੇ ਜਾ ਰਹੇ ਨੇ, ਉਹ ਤਾਂ ਮੈਜੋਰਿਟੀ ਦਿਹਾੜੀ ਕਰਨ ਤੇ ਐਡਜਸਟ ਹੋਣ ਜਾ ਰਹੇ ਨੇ, ਤੇ ਹੋਰ ਇੱਥੇ ਕੋਈ ਭਵਿੱਖ ਦਾ ਰਸਤਾ ਸਾਡੇ ਸਾਹਮਣੇ ਦਿਖਾਈ ਨਹੀਂ ਦਿੰਦਾ। ਇਸ ਕਰਕੇ ਉਹਨਾਂ ਸਾਰਿਆਂ ਦੇ ਅਲੱਗ-ਅਲੱਗ ਨੇ। ਮਤਲਬ ਮੈਜੋਰਿਟੀ ਜਿਹੜੇ ਤਾਂ ਜਾ ਰਹੇ ਨੇ ਅਮਰੀਕਾ, ਕੈਨੇਡਾ ਤੇ ਯੂਰਪ ਦੇ ਦੇਸ਼ਾਂ 'ਚ, ਇਹ ਫਿਰ ਵੀ ਪੈਸੇ ਦੇ ਪੱਖੋਂ ਜਾਂ ਥੋੜ੍ਹਾ ਐਡਜਸਟ ਹੋ ਜਾਂਦੇ ਨੇ ਠੀਕ ਤਰੀਕੇ ਨਾਲ। ਇੱਕ ਹਿੱਸਾ ਉਹ ਵੀ ਹੈ ਜਿਹੜਾ ਵੱਡਾ ਹਿੱਸਾ ਹੈ, ਜਿਹੜਾ 50% ਤੋਂ ਘੱਟ ਨਹੀਂ ਹੈ ਜਿੰਨੇ ਗਏ ਨੇ ਬਾਹਰ,
ਜਿਹੜਾ ਮਿਡਲ ਈਸਟ ਦੇ ਦੇਸ਼ਾਂ ਦੇ ਵਿੱਚ ਜਾਂਦਾ, ਦੁਬਈ ਜਾਂਦਾ, ਕਿਤੇ ਹੋਰ ਜਾਂਦਾ, ਆਲੇ ਦੁਆਲੇ ਮਤਲਬ ਰੋਟੀ ਰੋਜੀ ਕਮਾਉਣ ਜਾਂਦਾ, ਉਹ ਵੀ ਇੱਕ ਬੜਾ ਵੱਡਾ ਸਰਕਲ ਜਿਹੜਾ ਇੱਥੋਂ ਉਸ ਪਾਸੇ ਜਾ ਰਿਹਾ। ਜਿਹੜੇ ਮਾੜੇ ਮੋਟੇ ਰਹਿ ਜਾਂਦੇ ਨੇ, ਜਿਹੜੇ ਕਈ ਵਾਰ ਪੱਕੇ ਵਸਿੰਦੇ ਵੀ ਨਹੀਂ ਉੱਥੇ ਬਣ ਪਾਉਂਦੇ, ਪਰ ਜ਼ਿੰਦਗੀ ਉੱਥੇ ਗੁਜ਼ਾਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹ ਸਾਰੇ ਉਹਨਾਂ ਦੇ ਆਪਣੀਆਂ ਵੀ ਪ੍ਰੋਬਲਮਸ ਨੇ ਇੱਕ ਲੈਵਲ ਦੀਆਂ, ਉਹਨਾਂ ਪ੍ਰੋਬਲਮਸ ਨੂੰ ਵੀ ਹੱਲ ਕਰਨ ਦੇ ਲਈ ਕਿਤੇ ਨਾ ਕਿਤੇ ਦੇਖਣ ਦਾ ਸਵਾਲ ਹੈ। ਤੇ ਹੁਣ ਹੈ ਉਹਨਾਂ ਦਾ ਮਾਮਲਾ ਜਿਹੜੇ ਬੰਦੇ ਇਨਵੈਸਟ ਕਰ ਸਕਦੇ ਨੇ। NRI ਚੋਂ ਵੀ, ਪ੍ਰਵਾਸੀ ਭਾਰਤੀਆਂ ਚੋਂ ਵੀ ਸਾਨੂੰ ਇੱਕ ਭੁਲੇਖਾ ਹੈ ਕਿ ਬਹੁਤ ਸਾਰਿਆਂ ਕੋਲੇ ਬਹੁਤ ਪੈਸਾ ਹੁੰਦਾ ਤੇ ਸਾਰੇ ਕਿਤੇ ਉਦਯੋਗਪਤੀ ਬਣ ਜਾਂਦੇ ਨੇ। ਉਹ ਉਹੀ ਅਨੁਪਾਤ ਹੈ, ਰੇਸ਼ੋ 19 ਕੇ ਜਿੱਡੀ ਕੁ, ਜਿਹੜਾ ਕੋਲ ਜ਼ਿਆਦਾ ਪੈਸਾ ਹੋ ਜਾਂਦਾ, ਜਿਹੜੇ ਇਨਵੈਸਟਰ ਬਣਦੇ ਨੇ ਜਾਂ ਹੋਰ, ਉਹਦੀ ਗਿਣਤੀ ਬਹੁਤ ਵੱਡੀ ਨਹੀਂ ਹੈ। ਸਾਰੇ ਪ੍ਰਵਾਸੀ ਪੂੰਜੀਪਤੀ ਨਹੀਂ ਬਣ ਜਾਂਦੇ, ਸਾਰੇ ਪ੍ਰਵਾਸੀ ਉਸੇ ਪੱਧਰ ਦੀ ਲਾਈਨ 'ਚ ਨਹੀਂ ਜਾਂਦੇ। ਹਾਂ, ਪਰ ਇਹ ਜ਼ਰੂਰ ਸੀ ਇੱਕ ਜ਼ਮਾਨੇ ਤੱਕ ਉਹਨਾਂ 'ਚ ਭਾਵਨਾ ਸੀ, ਜਿਹੜੀ ਉਹ ਦਿਹਾੜੀ ਦਾ ਜਿੰਨਾ ਪੈਸਾ ਵੀ ਕਮਾਉਂਦੇ ਸੀ, ਉਹਦਾ ਇੱਕ ਹਿੱਸਾ ਉਹ ਆਪਣੀ ਮਾਨਤਾ, ਆਪਣੀ ਮਿੱਟੀ ਨਾਲ ਮੋਹ ਕਰਕੇ ਇੱਥੇ ਜੁੜੇ ਹੁੰਦੇ ਸੀ, ਔਰ ਉਹ ਇੱਥੇ ਦੀ ਸਮਾਜ ਦੇ ਵਿੱਚ ਆਪਣਾ ਰੁਤਬਾ ਵੀ ਦੇਖਣਾ ਚਾਹੁੰਦੇ ਸੀ। ਇਸੇ ਕਰਕੇ ਪਹਿਲਾਂ ਜਿਹੜਾ ਨੌਟ ਗਿਆ ਦੁਆਬੇ ਚੋਂ, ਆਲੇ ਦੁਆਲੇ ਵੱਡੀਆਂ ਕੋਠੀਆਂ ਆਪਾਂ ਦੇਖਦੇ ਸੀ, ਵੱਡੇ ਹੋਰ ਕੁਛ ਨਾ ਕੁਛ ਚੀਜ਼ਾਂ ਪਾ ਲੈਂਦੇ, ਹੈ ਉਹ ਇੰਡੀਵਿਜੂਅਲ ਸੈਕਟਰ ਸੀ ਆਪੋ ਆਪਣੇ, ਚਾਹੇ ਉਹਨਾਂ ਦੇ ਇਕੱਲੇ ਮਾਂ-ਬਾਪ ਰਹਿੰਦੇ ਨੇ ਉਹਨਾਂ ਦੇ ਵਿੱਚ, ਬਾਕੀ ਨਹੀਂ ਹੈ। ਪਰ ਜਦ ਕਦੇ ਆਉਂਦੇ ਸੀ ਤੇ ਉਹ ਥੋੜਾ ਜਿਹਾ ਇੱਥੇ ਉਹਨਾਂ ਨੂੰ ਮਾਨਤਾਨ ਮਿਲਦਾ ਸੀ, ਕਿਉਂਕਿ ਇਸੇ ਕਰਕੇ ਉਹਨਾਂ ਨੇ ਫਿਰ ਸ਼ੁਰੂ ਕੀਤਾ ਸੀ ਕਬੱਡੀ ਟੂਰਨਾਮੈਂਟਾਂ 'ਚ। ਪੰਜਾਬ ਦੇ 12-13 ਹਜ਼ਾਰ ਪਿੰਡਾਂ 'ਚੋਂ 3000 ਪਿੰਡ 'ਚ ਕਬੱਡੀ ਟੂਰਨਾਮੈਂਟ ਹੋਣ ਲੱਗਿਆ। ਉਹ ਉੱਥੇ ਆ ਕੇ ਮਾੜਾ ਹੈਲਪ ਕਰ ਦਿੰਦੇ ਸੀ, ਉੱਥੇ 5-10 ਦਿਨ ਚੰਗੀ ਉਹਨਾਂ ਦੀ ਮਾਨਤਾਨ ਹੁੰਦਾ, ਉਹਨੇ ਇੱਕ ਪੈਸੇ ਦੇ ਨਾਲ ਵੀ ਚਲੋ ਇਹ NRI ਹੈ, ਪੈਸੇ ਖਰਚ ਕਰ ਰਿਹਾ। ਉਹ ਤਰੀਕਾ ਸੀ, ਉਹ ਬਦਲਦਾ ਜਾ ਰਿਹਾ ਦਿਨ ਪਰ ਦਿਨ, ਉਹ ਇਸ ਰੂਪ 'ਚ ਬਦਲਦਾ ਜਾ ਰਿਹਾ। ਜਦੋਂ ਦਾ ਆਈਲੈਟਸ ਆਇਆ, ਲੱਖਾਂ ਬੰਦੇ ਜਾਣ ਲੱਗ ਗਏ, ਤਾਂ ਉਹ ਲੱਖਾਂ ਬੰਦਾ, ਮੈਨੂੰ ਲੱਗਦਾ ਕਿ ਤਾਂ ਉਹਨਾਂ ਨੂੰ ਉੱਥੇ ਵੀ ਆਪਣਾਪਣ ਬਥੇਰਾ, ਕਿਉਂਕਿ ਆਬਾਦੀ ਦਾ ਪ੍ਰੋਫਾਈਲ ਬਦਲ ਜਾਂਦਾ, ਬੜੇ ਵੱਡੇ ਪੱਧਰ ਤੇ ਉੱਥੇ ਹੋ ਜਾਂਦੇ ਨੇ। ਦੂਜਾ, ਉਹਨਾਂ ਨੂੰ ਇਹ ਅਹਿਸਾਸ ਵੀ ਹੋਣਾ ਸ਼ੁਰੂ ਹੋ ਗਿਆ ਫਿਰ ਹੌਲੀ ਹੌਲੀ, ਕਿਉਂਕਿ ਪਿੱਛੇ ਉਹਨਾਂ ਦੀਆਂ ਜ਼ਮੀਨਾਂ ਦੱਬੀਆਂ ਵੀ ਜਾਣ ਲੱਗ ਗਈਆਂ, ਜਾਇਦਾਦਾਂ ਤੇ ਕਬਜ਼ਾ ਇੱਥੇ ਮਾਫੀਆ ਬਣ ਜਾਂਦਾ, ਪੁਲਿਸ ਅਫਸਰ ਮਿਲਦਾ, ਪੋਲੀਟੀਸ਼ੀਅਨ ਮਿਲਦਾ ਇੱਕ, ਤੇ ਬਾਕੀ ਲੈਂਡ ਗ੍ਰੈਬਰ ਮਿਲਦੇ ਨੇ, ਉਹ ਰਲ ਕੇ ਇਹੋ ਜਿਹੀਆਂ ਜ਼ਮੀਨਾਂ ਤਲਾਸ਼ਦੇ ਨੇ ਕਿ ਜਿਹੜੀਆਂ ਐ ਪੰਜਾਂ ਨੇ ਉਹਨਾਂ ਨੂੰ ਦੱਬ ਲਿਆ ਜਾਏ। ਜੇ ਉਹ ਆਉਂਦਾ ਇੱਥੇ ਮੁਕੱਦਮਾ ਲੜਨ ਲਈ, ਇੱਕ ਅੱਧਾ ਉੱਤੇ ਕੋਈ ਇੱਧਰ ਉੱਧਰ ਦਾ ਮੁਕੱਦਮਾ ਪਵਾ ਜਾਂਦੇ ਨੇ, ਉਹ ਕਹਿੰਦਾ ਮੈਂ ਉੱਥੇ ਜਾਣ ਜੋਗਾ ਵੀ ਨਹੀਂ ਆ, ਤੇ ਕਿਉਂ ਨਾ ਇਹਨੂੰ ਵੇਚ ਹੀ ਦਿੱਤਾ ਜਾਏ। ਇਹ ਵੀ ਇੱਕ ਬੜਾ ਵੱਡਾ ਸਵਾਲ ਸਾਡੇ ਚੱਲ ਰਿਹਾ। ਹਾਲਾਂਕਿ ਥਾਣੇ ਵੀ ਅਲੱਗ ਬਣਾਏ, ਵੱਖ-ਵੱਖ ਚੀਜ਼ਾਂ ਬਣਾਈਆਂ, ਪਰ ਉਹ ਇੱਕ ਦੁਕਾਨ ਹੋਰ ਖੁੱਲ ਜਾਂਦੀ ਹੈ। ਜੇ ਤਾਂ ਸੁਭਾਅ ਬਦਲੇ, ਜੇ ਅਪਰੋਚ ਬਦਲੇ, ਤਾਂ ਵੱਖ-ਵੱਖ ਚੀਜ਼ਾਂ ਦੀ ਕੋਈ ਚੀਜ਼ ਬਦਲਦੀ ਹੈ ਨਾ। ਜੇ ਉਹ ਨਹੀਂ ਬਦਲਦੀ, ਜੇ ਕਬਜ਼ੇ ਦੀਆਂ ਲਾਈਨਾਂ ਨੇ ਸਾਰੀਆਂ, ਤਾਂ ਫਿਰ ਉਹ ਨਹੀਂ ਬਦਲੂਗੀ ਕਿਸੇ ਵੀ ਰੂਪ ਦੇ ਵਿੱਚ। ਔਰ ਉਹਨਾਂ ਸਾਰੀਆਂ ਗੱਲਾਂ ਨੂੰ ਠੀਕ ਕਰਨ ਦੇ ਵਾਸਤੇ ਵੀ ਕਾਨੂੰਨ ਦਾ ਰਾਜ ਹੋਵੇ, ਕੋਈ ਤਕੜੇ ਦਾ ਸੱਤੀ ਵੀ 100 ਨਾ ਹੋਵੇ, ਕਾਨੂੰਨ ਕੰਮ ਕਰੇ, ਕਾਨੂੰਨ ਵੀ ਸਮਾਬੱਧ ਕੰਮ ਕਰੇ, ਟਾਈਮ ਬਾਉਂਡ ਮੈਨਰ 'ਚ। ਕਾਨੂੰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਦੇਖੋ ਜੀ ਤੁਹਾਨੂੰ ਕੁਝ ਨਹੀਂ ਕਹਿੰਦਾ, ਪਰ ਬੰਦੇ ਤੇ ਪਰਚਾ ਲਟਕਦਾ, ਸਾਲਾਂ ਦਾ ਸਾਲ ਲਟਕੀ ਜਾਂਦਾ, ਉਹਦਾ ਕੋਈ ਟਾਈਮ ਬਾਉਂਡ ਹੋਵੇ ਵੀ ਇਹੋ ਜਿਹੇ ਕੇਸ ਦਾ 2 ਮਹੀਨੇ 'ਚ, ਇਹੋ ਜਿਹੇ ਕੇਸ ਦਾ 6 ਮਹੀਨੇ 'ਚ, ਇਹੋ ਜਿਹੇ ਕੇਸ ਦਾ 1 ਸਾਲ 'ਚ, ਜਿਹੋ ਜਿਹੇ ਵੀ ਹੈ ਨੇ ਵੀ ਇਹਨਾਂ ਦਾ ਫੈਸਲਾ ਹੋਊਗਾ ਜਿਹੜੇ ਵੀ ਹੋਣਗੇ। ਫਿਰ ਲੋਕਾਂ ਨੂੰ ਇਹ ਲੱਗਦਾ ਕਿ ਕਾਨੂੰਨ ਬਦਲੇ ਹੈ, ਕੋਈ ਥੋੜਾ ਜਿਹਾ ਫਰਕ ਪਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੀ ਸਰਕਾਰ ਟਾਈਮ ਬਾਉਂਡ ਕਰ ਪਾਏਗੀ ਕਾਨੂੰਨਾਂ ਨੂੰ? ਕਿ ਇਸ ਚੀਜ਼ ਕਰ ਦੂਗੀ ਕਿ ਇਹਦੇ ਦੌਰਾਨ ਨਿਆਂ, ਅਦਾਲਤ ਨੇ ਤਾਂ ਨਿਆਂ ਉਹਦੇ ਮੁਤਾਬਕ ਕਰਨਾ ਹੈ। ਜੇ ਤੁਸੀਂ ਕਾਨੂੰਨ ਬਣਾ ਦੇ, ਅਸੈਂਬਲੀ ਆਪਦੇ, ਪਾਰਲੀਮੈਂਟ ਕਾਨੂੰਨ ਬਣਾ ਦੇ, ਉਹਦਾ ਟਾਈਮ ਨਿਸ਼ਚਿਤ ਕਰ ਦੇ, ਤਾਂ ਅਦਾਲਤ ਨਿਸ਼ਚਿਤ ਟਾਈਮ 'ਚ ਕਰੂਗੀ ਕੰਮ, ਤੇ ਜੇ ਨਹੀਂ ਤਾਂ ਉਹ ਨਿਸ਼ਚਿਤ ਟਾਈਮ 'ਚ ਨਹੀਂ ਕਰੂਗੀ। ਜੇ ਖੁੱਲਾ ਤਾਂ ਖੁੱਲਾ ਹੈ। ਇਸ ਲਈ ਉਹ ਕਾਨੂੰਨ ਦੇ ਕੁਐਸਚਨ ਨੇ ਕਿ ਤੁਸੀਂ ਉਹਨੂੰ ਟਾਈਮ ਬਾਉਂਡ ਕਰ ਦਿਓ। ਅਗਲੀ ਗੱਲ ਇਹ ਹੈ ਕਿ ਪਹਿਲਾਂ ਵੀ ਇਹ ਸੋਚਿਆ ਗਿਆ, ਇੱਥੇ ਸਕੀਮ ਬਣੀ ਸੀ ਪਹਿਲਾਂ ਬਾਦਲ ਸਰਕਾਰ ਵੇਲੇ ਵੀ, ਕਿ ਜੇ NRI ਆਪਣੇ ਪਿੰਡਾਂ 'ਚ ਵੀ ਕੁਝ ਇਨਵੈਸਟ ਕਰਨਾ ਚਾਹੁੰਦੇ ਨੇ, ਆਲੇ ਦੁਆਲੇ ਇਲਾਕੇ 'ਚ ਕਰਨਾ ਚਾਹੁੰਦੇ ਨੇ, ਤਾਂ ਉਹਦੇ 'ਚ 21 ਹਿੱਸਾ ਸਰਕਾਰ ਪਾਊਗੀ। ਲਾਸਟ 'ਚ ਜਦੋਂ ਘੱਟ ਆਏ, ਇਹਨਾਂ ਨੇ ਕਹਿਤਾ 85% ਪੰਜਾਬ ਸਰਕਾਰ ਪਾਊ, 15 ਤੁਸੀਂ ਪਾ ਦਿਓ। ਤੇ ਹੌਲੀ ਹੌਲੀ ਕੋਈ 15 ਪਾਉਣ ਲਈ ਵੀ ਅੱਗੇ ਨਹੀਂ ਆਇਆ। ਉਹਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਭਰੋਸਾ ਨਹੀਂ ਬਚਿਆ ਕਿ ਇਹ ਪੈਸਾ ਠੀਕ ਜਗ੍ਹਾ ਲੱਗੂਗਾ, ਇਹਦੀ ਮੈਨੇਜਮੈਂਟ ਠੀਕ ਜਗ੍ਹਾ ਹੋਏਗੀ, ਇਹਦਾ ਕਿਸੇ ਨੂੰ ਫਾਇਦਾ ਹੋਏਗਾ, ਕਿਸੇ ਨੂੰ ਨਹੀਂ ਹੋਏਗਾ। ਇਹ ਵੀ ਇੱਕ ਬੜਾ ਵੱਡਾ ਭਰੋਸੇ ਦਾ ਸੰਕਟ ਹੈ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਜ਼ਰੂਰ ਨੇ ਜਿਹੜਾ ਕੋਲ ਸ਼ਾਇਦ ਇੰਨੇ ਪੈਸੇ ਤਾਂ ਨਹੀਂ ਹੋਣਗੇ ਕਿ ਵੱਡੀਆਂ ਕੋਈ ਫੈਕਟਰੀਆਂ ਲਾ ਕੇ ਜਾਂ ਵੱਡਾ ਕੁਛ ਕਰਨ, ਪਰ ਉਹ ਆਪਾਂ ਆਪਣੇ ਇਲਾਕੇ ਤੇ ਪਿੰਡਾਂ ਨਾਲ ਮੋਹ ਜ਼ਰੂਰ ਪਾਲਦੇ ਨੇ। ਮੈਂ ਇੱਥੇ ਕੋਈ ਚੱਜਦਾ ਕਰ ਸਕਦਾ, ਮੈਂ ਇੱਥੇ ਕੋਈ ਆਹ ਠੀਕ ਕਰ ਸਕਦਾ। ਉਹਦੇ 'ਚ ਰੁਕਾਵਟਾਂ ਨੇ ਸਾਡੀਆਂ, ਤੰਤਰ ਜਿਹੜਾ ਟੋਟਲ ਹੇਠਾਂ ਪੰਚਾਇਤ ਤੰਤਰ ਤੋਂ ਲੈ ਕੇ ਉੱਪਰ ਤੱਕ। ਔਰ ਮੈਂ ਇੱਕ ਪਿੰਡ 'ਚ ਗਿਆ, ਮਤਲਬ ਉੱਥੇ NRI ਆਉਂਦੇ ਨੇ ਹਰ ਸਾਲ। ਰੋਡੇ ਪਿੰਡ ਬੜਾ ਮਸ਼ਹੂਰ ਪਿੰਡ ਹੈ ਪੰਜਾਬ ਦਾ, ਮਤਲਬ ਵੱਖ ਵੱਖ ਕਈ ਪੰਚਾਇਤਾਂ ਨੇ।
ਉਹ ਐਨਆਰਆਈ ਕਮੇਟੀ ਬਣੀ ਹੋਈ ਹੈ। ਐਨਆਰਆਈ ਕਮੇਟੀ ਆਪਣਾ ਫੰਕਸ਼ਨ ਆਪ ਕਰਦੀ ਹੈ, ਬਾਕੀ ਪੰਚਾਇਤਾਂ ਅਲੱਗ ਨੇ। ਕਈ ਵਾਰ ਪੰਚਾਇਤਾਂ ਤੇ ਉਹਨਾਂ 'ਚ ਹੀ ਆਪਸ ਦੇ ਵਿੱਚ ਰਹਿੰਦਾ ਅਣਬਣ। ਤੇ ਹੁਣ ਇਹ ਜ਼ਰੂਰ ਹੁੰਦਾ ਇੰਨਾ ਕਿ ਜੇ ਪੰਚਾਇਤਾਂ ਨੂੰ ਪੈਸੇ ਦਿੰਦੇ ਨੇ, ਬਾਕੀ ਉਹ ਇੰਨੀ ਕੁ ਮਾਨ ਸਨਮਾਨ ਤਾਂ ਭਾਲਦੇ ਨੇ ਵੀ ਮੇਰੀ ਰਾਇ ਤਾਂ ਹੋਵੇ ਇਹਦੇ ਵਿੱਚ, ਇਹ ਲੱਗਣਾ ਕਿੱਥੇ ਆ, ਕਿਵੇਂ ਲੱਗਣਾ, ਇਹਦੀ ਦੇਖਭਾਲ ਹੋਵੇ। ਤੇ ਉਹ ਫਿਰ ਇੱਥੇ ਵਾਲੀ ਪੋਲੀਟਿਕਸ ਕਈ ਵਾਰ ਉਹ ਨਹੀਂ ਕਰਨ ਦਿੰਦੀ ਉਹਨਾਂ ਨੂੰ ਉੱਥੇ ਪਿੰਡ ਦੇ ਵਿੱਚ ਵੀ ਜਾਂ ਇਸ ਪੱਧਰ ਦੇ ਉੱਤੇ। ਇਹ ਕਿੰਨੀਆਂ ਹੀ ਮਤਲਬ ਆਪਾ ਵਿਰੋਧ ਇਸ ਲੈਵਲ ਤੇ ਵੀ ਆ ਰਹੇ ਨੇ। ਇਸ ਲਈ ਇਕੱਲਾ ਐਨਆਰਆਈ ਦਾ ਸਵਾਲ ਨਹੀਂ ਹੈ, ਓਵਰਆਲ ਪੂੰਜੀ ਇਨਵੈਸਟਮੈਂਟ ਦਾ ਵੀ ਜਿਹੜਾ ਸਵਾਲ ਇਸੇ ਤਰ੍ਹਾਂ ਹੁੰਦਾ। ਜੇ ਤੁਹਾਡੇ ਮਾਹੌਲ ਠੀਕ ਨਹੀਂ, ਜਿਵੇਂ ਹੁਣ ਸਾਡਾ ਦੇਸ਼ ਹੈ, ਜੇ ਰੋਜ਼ ਆਏ ਦਿਨ ਹਿੰਦੂ ਮੁਸਲਮਾਨ ਹੋਣਾ ਹੈ, ਜੇ ਆਏ ਦਿਨ ਦੰਗਿਆਂ ਦਾ ਮਾਹੌਲ ਖੜਾ ਹੋਣਾ ਹੈ, ਜੇ ਆਏ ਦਿਨ ਕਿਤੇ ਕਰਫਿਊ ਲੱਗ ਜਾਣਾ, ਕਿਤੇ ਕੁਛ ਹੋਣਾ ਹੈ, ਤਾਂ ਕੌਣ ਇੱਥੇ ਇਨਵੈਸਟ ਕਰੇਗਾ ਉਸ ਸਾਰੇ ਮਾਮਲੇ ਦੇ ਵਿੱਚ? ਔਰ ਇਸੇ ਤਰੀਕੇ ਨਾਲ ਨਹੀਂ ਉਹ ਚੱਲੂਗਾ। ਔਰ ਪੰਜਾਬ ਦੇ ਵਿੱਚ ਵੀ ਹੁਣ ਤੁਸੀਂ ਦੇਖੋ ਕਿ ਜਿਹੋ ਜਿਹਾ ਮਾਹੌਲ ਜਿਸ ਲੈਵਲ ਤੇ ਚੱਲ ਰਹੇ ਨੇ, ਔਰ ਜੇ ਇੱਥੇ ਪਾਣੀ ਪੀਣ ਵਾਲਾ ਠੀਕ ਨਹੀਂ, ਗੰਦਾ ਪਾਣੀ ਹੈ। ਕੱਲ੍ਹ ਹੀ ਅਸੀਂ ਇੱਧਰ ਕਾਫੀ ਜਾ ਕੇ ਸਤਲੁਜ ਜਿੱਥੋਂ ਚੱਲਦਾ ਹੈ, ਮਤਲਬ ਤਾਜਪੁਰ ਰੋਡ ਤੋਂ ਇੱਥੋਂ ਸ਼ੁਰੂ ਹੋ ਕੇ ਤੇ ਗੌਸਪੁਰ ਪਿੰਡ ਤੱਕ ਜਿੰਨਾ ਵੀ ਪਾਣੀ ਟ੍ਰੀਟਡ ਅਨਟ੍ਰੀਟਡ ਸਤਲੁਜ 'ਚ ਪਾਇਆ ਜਾ ਰਿਹਾ, ਗੰਦਾ ਨਾਲਾ ਬਣਾਤਾ ਹੈ ਤੁਸੀਂ, ਤਾਂ ਉਹ ਕੌਣ ਉਹੋ ਜਿਹੇ ਮਾਹੌਲ ਦੇ ਵਿੱਚ ਸਾਫ ਸੁਥਰੇ ਕੰਟਰੀ 'ਚੋਂ ਆ ਕੇ ਨਹੀਂ ਕੋਈ ਕਰੂਗਾ। ਉਹ ਸਾਡਾ ਸਿਸਟਮ ਚੱਲਦਾ ਤੇ ਚੱਲਦਾ ਜੀ, ਲੋਕ ਮਰ ਰਹੇ ਨੇ, ਜੋ ਮਰਜ਼ੀ ਹੋਵੇ, ਜਿੰਨੇ ਮਰਜ਼ੀ ਬਿਮਾਰੀਆਂ ਲੱਗ ਜਾਣ, ਉਹਨਾਂ ਗੱਲਾਂ ਤੇ ਵੀ ਤਾਂ ਮਤਲਬ ਫੈਸਲੇ ਲੈ ਕੇ ਇੱਕ ਮਾਹੌਲ ਦਿਖਾਉਣਾ ਪਏਗਾ ਨਾ ਕਿ ਹੁਣ ਅਸੀਂ ਬਦਲਾ ਦਿੱਤਾ ਹੈ ਮਾਹੌਲ, ਇਹਦੇ 'ਚ ਆਹ ਕਾਨੂੰਨ ਬਣਾਤੇ, ਆਹ ਤਬਦੀਲੀ ਆ, ਆਹ ਪਾਲਿਸੀ ਆ ਸਾਡੀ, ਸਾਡੀ ਇੰਡਸਟਰੀਅਲ ਪਾਲਿਸੀ 'ਚ, ਸਾਡੀ ਇਨਵੈਸਟਮੈਂਟ ਪਾਲਿਸੀ 'ਚ, ਸਾਡੀ ਬਾਕੀ ਚੀਜ਼ਾਂ 'ਚ ਅਸੀਂ ਫਰਕ ਕੀ ਲਿਆਂਦਾ। ਉਹਦੇ ਨਾਲ ਇਹ ਚੀਜ਼ਾਂ ਮੇਰੇ ਖਿਆਲ ਹੈ ਇੰਪਰੂਵ ਹੋਣਗੀਆਂ, ਇਕੱਲੇ ਕਹਿਣੇ ਨਾਲ ਨਹੀਂ ਹੁੰਦੀਆਂ। ਹੁਣ ਜਿਵੇਂ ਪੰਜਾਬ 'ਚ ਰੋਜ਼ ਇੱਕ ਖਬਰ ਆ ਜਾਂਦੀ ਹੈ, ਧੜਾ ਧੜ ਟਰੱਕ ਯੂਨੀਅਨਾਂ ਦੇ ਵਿੱਚ ਕਲੈਸ਼ ਹੋ ਰਹੇ ਨੇ, ਤੇ ਟਰੱਕ ਯੂਨੀਅਨ 'ਚ ਕਲੈਸ਼ ਹੋ ਰਹੇ ਨੇ। ਕੀ ਹੋ ਰਿਹਾ ਵੀ ਅੱਜ ਜਿਹੜੀ ਪਾਰਟੀ ਦੀ ਸੱਤਾ ਆ ਗਈ, ਹੁਣ ਪ੍ਰਧਾਨ ਉਹਦਾ ਹੀ ਬਣਨਾ ਚਾਹੀਦਾ, ਵਿਰੋਧੀ ਦਾ ਤਾਂ ਕੋਈ ਔਕਾਤ ਹੀ ਨਹੀਂ ਹੈ। ਕੀ ਇਹ ਡੈਮੋਕ੍ਰੇਸੀ ਹੁੰਦੀ ਹੈ? ਡੈਮੋਕ੍ਰੇਸੀ ਦੇ ਵਿੱਚ ਵਾਜਬ ਤੇ ਮੈਰਿਟ ਵਾਲੇ ਬੰਦੇ ਤੁਹਾਡੀ ਪਾਰਟੀ ਨਾਲ ਸਹਿਮਤ ਨੇ, ਨਹੀਂ ਸਹਿਮਤ, ਜਿਹੜੇ ਯੋਗ ਬੰਦੇ ਜਾਂ ਰੀਅਲ ਚੋਣ ਸਿਸਟਮ ਦੇ ਰਾਹੀਂ, ਨਿਰਪੱਖ ਚੋਣ ਸਿਸਟਮ ਦੇ ਰਾਹੀਂ ਜਿਹਨੂੰ ਉਹ ਲੋਕ ਚਾਹੁੰਦੇ ਨੇ, ਲੋਕ ਤਾਂ ਉਹ ਆਉਣੇ ਚਾਹੀਦੇ ਨੇ ਨਾ। ਤੇ ਜੇ ਇੱਕ ਜਗ੍ਹਾ ਇਹ ਚੀਜ਼ ਹੋ ਰਹੀ ਹੈ ਤਾਂ ਦੂਜੀ ਜਗ੍ਹਾ ਵੀ ਤਾਂ ਲੋਕਾਂ ਨੂੰ ਪਤਾ ਲੱਗੂ, ਫਿਰ ਇਹੋ ਜਿਹੀ ਚੀਜ਼ ਹੋਏਗੀ, ਮੈਨੂੰ ਤਾਂ ਉਹ ਮਾਨਤਾ ਨਹੀਂ ਮਿਲੇਗੀ। ਇਹ ਮਤਲਬ ਇਹ ਦਿਖਾਉਣ ਦਾ ਨਹੀਂ ਇਕੱਲਾ ਸਵਾਲ, ਇਹ ਭਾਵਨਾ ਦੇ ਸਵਾਲ ਨੇ, ਲੋਕਾਂ ਦੀ ਇੱਕ ਮਨੋਵਿਰਤੀ ਜਿਹੜੀ ਹੈ ਉਹਨੂੰ ਠੀਕ ਕਰਨ ਦੇ ਸਵਾਲ ਨੇ। ਜੇ ਅਸੀਂ ਮਨੋਵਿਰਤੀ ਇਹ ਬਣਾ ਰੱਖੀ ਹੈ ਸਮਾਜ 'ਚ ਵੀ ਕਾਂਗਰਸ ਆਊ, ਹਰ ਕਲੱਬ ਤੇ ਹਰ ਜਥੇਬੰਦੀ ਦੇ ਪ੍ਰਧਾਨ ਕਾਂਗਰਸ ਸੀ, ਤੇ ਜੇ ਅਕਾਲੀ ਆਏ ਤਾਂ ਅਕਾਲੀ, ਜੇ ਆਪ ਆਈ ਤਾਂ ਆਪ, ਤਾਂ ਇਹ ਕਿੱਧਰ, ਇਹ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਵਾਲੀਆਂ ਚੀਜ਼ਾਂ ਨੇ। ਇਹ ਜਿਹੜੇ ਇਸ ਪਾਸੇ ਵੱਲ ਜੇਕਰ ਜਾਂਦੇ ਨੇ, ਇਹਨਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ, ਬਲਕਿ ਤਾਂ ਲੋਕ ਫਰਕ ਮਹਿਸੂਸ ਕਰਨਗੇ। ਦੇਖੋ ਅਸੀਂ ਨਹੀਂ ਹਟਾਏ, ਆਹ ਬੰਦੇ ਦੇਖਣ, ਅਸੀਂ ਜੇ ਹਟਾਏ ਦੀ ਹਟਾਉਣ ਦੀ ਲੋੜ ਨਹੀਂ। ਅੱਜ ਤੱਕ ਚੋਣਾਂ ਘੱਟ ਹੁੰਦੀਆਂ ਨੇ, ਧੱਕਾ ਹੁੰਦਾ। ਅਸੀਂ ਦੇਖੋ ਜੀ ਇੱਥੇ ਇੱਕ ਕਾਨੂੰਨ ਬਣਾਤਾ, ਇਸ ਤਰੀਕੇ ਨਾਲ ਹੋਏਗਾ, ਕੋਈ ਡਿਲੇ ਨਹੀਂ ਹੋਏਗੀ, ਕੋਈ ਕੁਛ ਨਹੀਂ। ਟਰੱਕ ਤਾਂ ਬਿਜ਼ਨਸ ਨਾਲ ਸਿੱਧੇ ਜੁੜੇ ਹੋਏ ਨੇ ਨਾ, ਟਰੱਕ ਯੂਨੀਅਨ ਨਾਲ, ਤੇ ਉਹ ਸਾਰੇ ਮਾਮਲਿਆਂ ਦੇ ਵਿੱਚ ਜੇ ਉੱਥੇ ਜਬਰੀ ਬੰਦੇ ਬੈਠ ਜਾਣਗੇ ਤਾਂ ਜਬਰੀ ਹੀ ਫੈਸਲੇ ਕਰਨਗੇ। ਫਿਰ ਬਾਕੀ ਦੇ ਨਾਲ ਵੀ ਉਹ ਜਿਹੜੇ ਵੀ ਹੁੰਦੇ ਨੇ ਤਾਂ ਲੱਠਮਾਰੀ ਹੋਏਗੀ। ਜੇ ਜਮਹੂਰੀ ਤਰੀਕੇ ਨਾਲ ਕਰਨਗੇ ਤਾਂ ਉੱਥੇ ਆਰਗੂਮੈਂਟ ਵੀ ਜਮਹੂਰੀ ਹੋਏਗਾ। ਇਹ ਸਾਰੀਆਂ ਚੀਜ਼ਾਂ ਇੰਟਰਡਿਪੈਂਡੈਂਟ ਨੇ। ਉਹਨਾਂ ਪ੍ਰਵਾਸੀ ਬਹੁਤ ਸਾਰੇ ਖਾਹਿਸ਼ਮੰਦ ਬੰਦੇ ਨੇ, ਤੇ ਉਹ ਹੈ ਇੱਕ ਤਰੀਕਾ ਤਾਂ ਇਹ ਹੈ ਕਿ ਉਹਨਾਂ ਤੋਂ ਇਨਵੈਸਟ ਜਾਂ ਉਹਨਾਂ ਨਾਲ ਤਾਲਮੇਲ ਬਿਹਤਰ ਰੱਖਿਆ ਜਾਏ, ਘੱਟੋ ਘੱਟ ਇੱਥੇ ਆ ਕੇ ਡਰ ਤੇ ਸਹਿਮ ਦਾ ਮਾਹੌਲ ਨਾ ਹੋਏ। ਇਹਦੇ 'ਚ ਬਹੁਤ ਬੜਾ ਹਿੱਸਾ ਗਵਰਨਮੈਂਟ ਆਫ ਇੰਡੀਆ ਨਾਲ ਵੀ ਵਿਉਂਤਬੰਦੀ ਦਾ, ਇਕੱਲਾ ਇਹ ਸਵਾਲ ਨਹੀਂ ਆ, ਉਹਦੇ ਨਾਲ ਵੀ ਗੱਲ ਕਰਨੀ ਪਊਗੀ। ਔਰ ਜੇ ਉਹ ਸਾਰਿਆਂ ਨੂੰ ਇੱਕ ਵਾਰ ਇਹ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਕੇ ਮੌਕਾ ਦਵਾ ਦੇਣ ਵੀ ਜਿਹੜਾ ਆਉਣਾ ਚਾਹੁੰਦਾ ਆਪਣੇ ਪਿੰਡ ਆਓ, ਤੇ ਨਜ਼ਰਸਾਨੀ ਰੱਖ ਲਓ, ਮਿਲ ਕੇ ਚਲੇ ਜਾਓ। ਪਹਿਲੀ ਗੱਲ ਤਾਂ ਇੱਕ ਗੁੱਡਵਿਲ ਜੈਸਚਰ ਹੁੰਦਾ ਵੀ ਜਿਹੜੇ ਵੀ ਬੰਦੇ ਨੇ ਆਓ, ਅਸੀਂ ਕੁਝ ਉਹਦੇ ਕੇਸ ਨੂੰ ਉਸ ਲੈਵਲ ਤੇ ਨਹੀਂ ਛੇੜਾਂਗੇ। ਔਰ ਜੇ ਬਹੁਤ ਕ੍ਰਿਮੀਨਲ ਲੱਗਦੇ ਨੇ, ਫਿਰ ਤੁਸੀਂ ਡਿਪੋਰਟ ਕਰਨ ਵਾਲਾ ਪ੍ਰੋਸੈਸ ਚਲਾਓ ਪਹਿਲਾਂ ਹੀ ਉਹਨਾਂ ਖਿਲਾਫ, ਤਾਂ ਜਿਹੜੇ ਵੈਸੇ ਤੁਹਾਨੂੰ ਲੱਗਦੇ ਸੀ। ਇਹਦਾ ਮਤਲਬ ਅੱਜ ਤੱਕ ਜਿਹੜੇ ਬੰਦੇ 30-30 ਸਾਲ ਤੋਂ ਬੈਠੇ ਨੇ, ਉਹ ਤਾਂ ਫਿਰ ਤੁਹਾਡੇ ਦਾਇਰੇ 'ਚ ਨਹੀਂ ਆ ਉਸ ਪੱਧਰ ਦੇ ਉੱਤੇ। ਕਿੰਨੇ ਹੀ ਸੈਕਸ਼ਨ ਉਹਦੇ 'ਚ ਇਹੋ ਜਿਹਾ ਜਿਹੜਾ ਇੱਕ ਵਾਰ ਚਲਾ ਗਿਆ, ਮੁੜ ਕੇ ਕੋਈ ਕਾਰਵਾਈ ਇਹੋ ਜਿਹੀ, ਉਹੀ ਆਪਦਾ ਕੰਮ ਕਰਦਾ, ਰੋਜੀ ਰੋਟੀ ਕਰਦਾ, ਤੇ ਉਹ ਇੱਥੇ ਆਉਣਾ ਚਾਹੁੰਦਾ ਔਰ ਤੁਹਾਡੇ ਇਨਵੈਸਟ ਵੀ ਕਰਨਾ ਚਾਹੁੰਦਾ, ਤੁਹਾਡੇ ਗੱਲਬਾਤ ਵੀ ਕਰਨਾ ਚਾਹੁੰਦਾ। ਉਹ ਸਾਰੇ ਲੋਕਾਂ ਦੇ ਲਈ ਇੱਕ ਓਵਰਆਲ ਪਾਲਿਸੀ ਦੀ ਲੋੜ ਹੈ, ਜਿਹੜਾ ਪ੍ਰਵਾਸੀ ਭਾਰਤੀਆਂ ਦੇ ਵਾਸਤੇ, ਜਿਹਦੇ ਨਾਲ ਉਹਨਾਂ ਨੂੰ ਸੌਖ ਹੋ ਜੇ। ਜੀ ਬਿਲਕੁਲ। ਮੈਂ ਹਮੀਰ ਸਿੰਘ ਜੀ, ਸਵਾਲ ਤਾਂ ਹੋਰ ਮੁੱਦਿਆਂ ਤੇ ਵੀ ਕਰਨੇ ਸੀ, ਪਰ ਇਹ ਮੁੱਦਾ ਆਪਣੇ ਆਪ 'ਚ ਬੜਾ ਵੱਡਾ ਹੋ ਜਾਂਦਾ। ਇੱਕ ਸਵਾਲ ਹੋਰ ਇੱਥੇ ਮੇਰੇ ਧਿਆਨ ਵਿੱਚ ਆਇਆ ਕਿ ਪ੍ਰਵਾਸ ਦੇ ਨਾਮ ਦੇ ਉੱਤੇ ਜਾਂ ਬਾਹਰ ਲਿਜਾਣ ਦੇ ਨਾਮ ਤੇ ਐਨਆਰਆਈ ਲਾੜੇ ਤੇ ਜਿਹੜੇ ਇੱਥੋਂ ਦੀਆਂ ਲਾੜੀਆਂ ਨੇ, ਉਹਨਾਂ ਦੇ ਠੱਗੀਆਂ ਦਾ, ਧੋਖਾਧੜੀਆਂ ਦਾ ਮਾਮਲਾ ਕੁਝ ਦਿਨ ਪਹਿਲਾਂ
ਸੰਸਦ ਦੇ ਵਿੱਚ ਵੀ ਇਹ ਮਸਲਾ ਉੱਠਿਆ ਸੀਗਾ ਕਿ ਨਕੇਲ ਕੱਸਣੀ ਚਾਹੀਦੀ ਹੈ, ਨਕੇਲ ਦੋਨੋਂ ਪਾਸੇ ਕੱਸਣੀ ਚਾਹੀਦੀ ਆ। ਐਨਆਰਆਈ ਲਾੜੇ ਤੇ ਇਧਰਲੇ ਪਾਸਿਓਂ ਕੁੜੀ ਵਾਲਿਆਂ ਵਾਲੇ ਪਾਸੇ ਵੀ ਬੜੇ ਕੇਸ ਇਹੋ ਜਿਹੇ ਸਾਹਮਣੇ ਆਉਂਦੇ ਆ। ਪਿੱਛੇ ਜੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ, ਕਹਿੰਦੇ ਕੁੜੀ ਨੂੰ ਇੱਥੋਂ ਭੇਜਿਆ ਪੈਸੇ ਲਾ ਕੇ, ਉਹ ਉੱਥੇ ਜਾ ਕੇ ਮੁੱਕਰ ਗਈ। ਇਹੋ ਜਿਹੇ ਬਹੁਤ ਕੇਸ ਨੇ। ਨਹੀਂ, ਇਹ ਬਹੁਤ ਵੱਡਾ ਸਮਾਜਿਕ ਸੰਕਟ ਹੈ, ਇਹ ਕੋਈ ਇਕੱਲਾ ਅਪਰਾਧਿਕ ਜਾਂ ਬਾਕੀ ਸੰਕਟ ਨਹੀਂ ਹੈ। ਹੁਣ ਜਿਹੜੇ ਬੱਚੇ +2 ਕਰਕੇ ਜਾ ਰਹੇ ਨੇ, +2 ਕੀ 17 ਸਾਲ ਦੀ ਉਮਰ 'ਚ ਕੁੜੀ ਤੇ ਮੁੰਡਾ ਕਰ ਲੈਂਦਾ, ਤੇ ਇਹ ਵਿਆਹ ਥੋੜੀ ਹੋ ਰਹੇ ਨੇ, ਇਹ ਸੌਦੇ ਹੋ ਰਹੇ ਨੇ। ਬਹੁਤੇ ਵਿਆਹ ਹੁੰਦਾ ਕਿ ਦੋਨੋਂ ਤੁਸੀਂ ਲਾਈਕਿੰਗ ਡਿਸਲਾਈਕਿੰਗ ਹੁੰਦੀ ਹੈ ਕਿ ਮੁੰਡਾ ਕੁੜੀ ਨੂੰ ਪਸੰਦ ਕਰੇ, ਕੁੜੀ ਮੁੰਡੇ ਨੂੰ। ਪਹਿਲੀ ਗੱਲ ਤਾਂ 17 ਸਾਲ ਦੇ ਬੱਚਿਆਂ ਦਾ ਵਿਆਹ ਹੀ ਗੈਰ ਕਾਨੂੰਨੀ, ਕਾਨੂੰਨ ਦੇ ਮੁਤਾਬਕ ਵੀ ਮੈਰਿਜ ਨਹੀਂ ਹੁੰਦੀ ਹੈ ਨਾ, ਜੇਕਰ ਤੁਸੀਂ ਕਹੋਗੇ। ਉਹ ਵਧਾ ਚੜਾ ਕੇ ਕਿਸੇ ਤਰੀਕੇ ਨਾਲ ਹੁੰਦੀ ਹੈ। ਔਰ ਹੁਣ ਤਾਂ ਅਸੀਂ ਉਹ 18 ਸਾਲ ਚਲੋ ਕੀਤਾ ਹੋਇਆ, 18-18 ਸਾਲ ਸਹੂਲਤਾਂ ਇੱਧਰ ਉੱਧਰ ਕਰ ਲੈਂਦੇ ਨੇ ਲੋਕ ਜਿਹੜੇ ਵੀ। ਇਸ ਲਈ ਇੱਕ ਤਾਂ ਉਹਦੇ 'ਚ ਵੀ ਸਮੱਸਿਆ ਇਸ ਪੱਧਰ ਤੇ ਹੁੰਦੀ ਹੈ। ਦੂਜਾ, ਉਹਦੇ 'ਚ ਇਹ ਗੱਲ ਆਉਂਦੀ ਹੈ ਮੇਨਲੀ, ਜਿਹੜੀਆਂ ਵਿਆਹ ਦੇ ਵਾਸਤੇ ਪਰਿਵਾਰਕ ਮੇਲ ਜੋਲ, ਬੱਚਿਆਂ ਦਾ ਮੇਲ ਜੋਲ, ਉਹਨਾਂ ਦੀ ਮੱਤ ਮਿਲਣੀ, ਉਹਨਾਂ ਦੀ ਐਜੂਕੇਸ਼ਨ ਮਿਲਣੀ, ਉਹਦੇ ਤੇ ਬੜਾ ਚੀਜ਼ਾਂ ਹੋਰ ਸੰਭਵ ਨੇ। ਇਹ ਤਾਂ ਹੁੰਦੀਆਂ ਹੀ ਨਹੀਂ। ਹੁਣ ਇੱਕ ਨਿਕਾਤੀ ਪ੍ਰੋਗਰਾਮ ਹੁੰਦਾ, ਤੁਸੀਂ ਐਡਵਰਟਾਈਜ਼ਮੈਂਟ ਦੇਖਦੇ ਹੋ ਕਿ ਬੈਂਡ ਵਾਲੀ ਕੁੜੀ ਚਾਹੀਦੀ ਹੈ, ਖਰਚਾ ਮੁੰਡੇ ਵਾਲੇ ਆਪ ਹੀ ਕਰ ਦੇਣਗੇ। ਇਹਦਾ ਮਤਲਬ ਇਹ ਹੈ ਕਿ ਕੁੜੀ ਗਰੀਬ ਘਰ ਦੀ ਹੈ। ਇਹ ਉਲਟਾ ਹੋਇਆ ਦਸ਼ਾ। ਇਦੋਂ ਪਹਿਲਾਂ ਕੁੜੀ ਵਾਲੇ ਦਾਜ ਦਿੰਦੇ ਸੀ ਤੇ ਬਾਕੀ ਚੀਜ਼ਾਂ ਸੀ। ਇਹ ਰਿਪਲੇਸਮੈਂਟ ਇਸ ਕਰਕੇ ਹੋ ਗਈ ਕਿਉਂਕਿ ਬੈਂਡ ਲੈਣ ਦੇ ਵਿੱਚ ਕੁੜੀਆਂ ਪਿਛਲੇ 15-20 ਸਾਲਾਂ ਤੋਂ ਸਾਨੂੰ ਨਜ਼ਰ ਆ ਰਿਹਾ ਕਿ ਉਹ ਪੜ੍ਹਾਈ ਦੇ ਵਿੱਚ ਸਿੰਸੀਅਰ ਨੇ, ਉਹ ਨੰਬਰ ਜ਼ਿਆਦਾ ਲੈਂਦੀਆਂ ਨੇ ਆਪਣੀ ਆਮ ਪੜ੍ਹਾਈ ਦੇ ਵਿੱਚ ਵੀ। ਤਾਂ ਉਹਨੂੰ ਇਹ ਜੱਚਿਆ ਹੁੰਦਾ ਮੈਂ ਬੈਂਡ ਦੇ ਰੂਪ ਦੇ ਵਿੱਚ ਵੀ ਲੈ ਜਾ। ਔਰ ਗਰੀਬ ਮਾਪਿਆਂ ਦੀਆਂ ਉਹ ਕੁੜੀਆਂ ਨੂੰ ਮੁੰਡਾ ਮਿਲਦਾ ਤੇ ਉਹ ਮੁੰਡੇ ਵਾਲੇ ਉਸ ਪੈਸੇ ਦੇ ਰੂਪ ਦੇ ਵਿੱਚ ਗੱਲ ਕਰਦੇ ਨੇ। ਉਹ ਕੇਵਲ ਲਾਇਸੈਂਸ ਹੈ ਕੈਨੇਡਾ ਅਮਰੀਕਾ ਜਾਣ ਦਾ, ਉਹ ਵਿਆਹ ਨਹੀਂ ਹੈ। ਉਹ ਪੇਪਰ ਮੈਰਿਜ ਤੱਕ ਹੀ ਸੀਮਤ ਹੈ ਇੱਕ ਟਾਈਪ ਦਾ। ਔਰ ਜਦ ਉਹਨੂੰ ਲੱਗਦਾ ਕਿ ਮੈਂ ਇਹਦੇ ਨਾਲ ਥੋੜੀ ਰਹਿ ਸਕਦੀ ਹਾਂ, ਤੁਸੀਂ ਗਲ ਗੁੱਠਾ ਕੁੜੀ ਦੇ ਕਿਵੇਂ ਦੇ ਸਕਦੇ ਹੋ ਨਾ, ਵੀ ਜਾ ਕੇ ਵੀ ਹੁਣ ਤੈਨੂੰ ਕਤਲ ਕਰਤਾ, ਸਾਰੀ ਉਮਰ ਤੂੰ ਇਹਦੇ ਨਾਲ ਰਹਿਣਾ। ਕੀ ਸਾਡੇ ਤਲਾਕ ਨਹੀਂ ਹੁੰਦੇ? ਬਾਕੀ ਜਗ੍ਹਾ ਬਾਕੀ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਜੇਕਰ ਨਹੀਂ ਉਸ ਲੈਵਲ ਦੀ ਤੁਹਾਡੀ ਮੱਤ ਮਿਲਦੀ। ਇੱਕ ਤਾਂ ਉਹ ਤਰੀਕਾ ਸਾਡੀ ਗਰੀਬੀ ਚੋਂ, ਗਰੀਬ ਜਹਿਨੀਅਤ ਚੋਂ, ਆਪਣੀ ਗਰੀਬੀ ਧੋਣ ਦੇ ਲਈ ਬਾਹਰ ਜਾਣ ਦੀ ਖਾਹਿਸ਼ ਚੋਂ ਅਸੀਂ ਵਿਆਹ ਦੀ ਸੰਸਥਾ ਦਾ ਸਤਿਆਨਾਸ਼ ਕਰ ਰਹੇ ਹਾਂ। ਇਹ ਵਿਆਹ ਦਾ ਤਰੀਕਾ ਨਹੀਂ ਹੈ ਕੋਈ ਜਿਹਦੇ ਨਾਲ ਹੈ। ਇਸੇ ਲਈ ਇਦੋਂ ਪਹਿਲਾਂ ਜਿਹੜੇ ਜਾਂਦੇ ਸੀ ਉਦੋਂ ਆਈਲੈਟਸ ਨਹੀਂ ਸੀ। ਉਦੋਂ ਫਿਰ ਉਧਰ ਜਾਣ ਦੇ ਲਾਲਚ ਦੇ ਵਿੱਚ ਇੱਕ ਬੰਦਾ ਆਉਂਦਾ ਸੀ, ਉਹ ਪਹਿਲਾਂ ਹੀ ਵਿਆਹਿਆ ਹੋਇਆ ਹੁੰਦਾ ਸੀ ਉਧਰ, ਉਹਦੇ ਕਲਫ ਲਾਈ 40-50 ਸਾਲ ਦੇ ਨੂੰ, 18-20 ਸਾਲ ਦੀ 25 ਸਾਲ ਦੀ ਕੁੜੀ ਵਿਆਹੀ ਤੇ ਉਹ ਇੱਥੇ 3 ਮਹੀਨੇ ਰਹਿ ਕੇ 2 ਮਹੀਨੇ ਰਹਿ ਕੇ ਚਲਾ ਗਿਆ। ਮੁੜ ਕੇ ਨਾ ਕੁੜੀ ਨੂੰ ਕੋਈ ਚਿੱਠੀ ਆਈ ਤੇ ਨਾ ਉਹਨੂੰ ਚਿੱਠੀ ਆਈ। ਉਧਰ ਉਹ ਵੀ ਫਸਿਆ ਹੋਇਆ ਕਿਉਂਕਿ ਉਹ ਪਹਿਲਾਂ ਵਾਲਾ ਜਿਹੜਾ ਰਿਸ਼ਤਾ ਉਹਨੂੰ ਨਹੀਂ ਛੱਡਦਾ। ਸਾਡੇ ਵਰਗਾ ਤਾਂ ਤਰੀਕਾ ਹੈ ਨਹੀਂ ਕਿ ਕੋਈ ਕਾਨੂੰਨ ਨਹੀਂ ਕੰਮ ਕਰਦਾ। ਉਹਨਾਂ ਦੇ ਸਾਰੇ ਕਾਨੂੰਨ ਤਾਂ ਕੰਮ ਕਰਦਾ ਨਾ। ਉਹਦੀ ਸਾਰੀ ਰੋਜੀ ਰੋਟੀ ਉਹਨੂੰ ਖਪਾਉਣੀ ਪੈਂਦੀ ਹੈ ਜੇ ਉੱਥੇ ਵਾਲਾ ਰਿਸ਼ਤਾ ਤੋੜਦਾ। ਇਹ ਤਾਂ ਸਾਡੇ ਇੱਕ ਭਰਮ ਹੈ ਕਿ ਉੱਥੇ ਤਾਂ ਜਦ ਮਰਜੀ ਤਲਾਕ ਦੇ ਦਿਓ, ਜਦ ਮਰਜੀ ਰੱਖ ਲਓ। ਪਰ ਤਲਾਕ ਮਹਿੰਗਾ ਕਿੰਨਾ ਪੈਂਦਾ ਉਹਨਾਂ ਨੂੰ, ਇਹ ਉਹਨਾਂ ਬੰਦਿਆਂ ਤੋਂ ਪੁੱਛਣ ਦਾ ਕੁਐਸਚਨ ਹੈ ਜਿਹੜੇ ਜਾ ਕੇ ਉਹਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ। ਇਸ ਲਈ ਦੋਨੇ ਪਾਸੇ ਅਸੀਂ ਪਹਿਲਾਂ ਸਾਡੀਆਂ ਹਜ਼ਾਰਾਂ ਕੁੜੀਆਂ ਜਿਹੜੀਆਂ ਨੇ ਐਵੇਂ ਹੀ ਇੱਥੇ ਬੱਚੇ ਵੱਡੇ ਹੋ ਗਏ, ਉਹਨਾਂ ਦੇ ਸਾਰਾ ਕੁਝ ਉਸ ਲੈਵਲ ਤੇ ਹੋ ਗਿਆ। ਅਜੇ ਤੱਕ ਉਹ ਤਰਸਦੀਆਂ ਰਹੀਆਂ ਮਤਲਬ ਕਿ ਉਹ ਬਾਹਰ ਜਾਣ, ਆਪਣੇ ਪਰਿਵਾਰ 'ਚ ਰਹਿਣ। ਹੁਣ ਇਹਨਾਂ ਕੁੜੀਆਂ ਦਾ ਅਸੀਂ ਗੱਠ ਜੋੜ ਕਰਕੇ ਉਹਦੇ ਤੇ ਮੈਨੂੰ ਤਾਂ ਉਹ ਮਤਲਬ ਵੀ ਲੱਗਿਆ ਕਿ ਉਹ ਸ਼ਾਇਦ ਮੁੰਡਾ ਖੁਦਕੁਸ਼ੀ ਤਾਂ ਕਰ ਗਿਆ ਜੀ। ਐ ਰਿਸ਼ਤੇ ਟੁੱਟਣ ਤੇ ਖੁਦਕੁਸ਼ੀਆਂ ਹੋਣਗੀਆਂ ਫਿਰ ਤਾਂ ਕੰਮ ਗੜਬੜ ਹੈ। ਔਰ ਜੇ ਉਸ ਕੇਸ ਨੂੰ ਵੀ ਧਿਆਨ 'ਚ ਲਓ ਤੁਸੀਂ, ਉਹ ਕੇਸ ਵੀ ਇਹੋ ਜਿਹੇ ਕੇਸ ਨੇ ਬਹੁਤੇ। ਔਰ ਜੇ ਕਰੋਨਾ ਦਾ ਦੌਰ ਹੈ, ਕਰੋਨਾ ਦੇ ਦੌਰ 'ਚ ਦਿਹਾੜੀ ਨਹੀਂ ਮਿਲਦੀ, ਉਹ ਕੁੜੀ ਜਿਹੜੀ ਗਈ ਹੋਈ ਆ ਉੱਥੇ, ਉਹਨੇ ਆਪਣਾ ਗੁਜ਼ਾਰਾ ਕੀਤਾ ਕਿਵੇਂ ਹੋਏਗਾ ਜੇ ਉਹਨੂੰ ਕੰਮ ਉੱਥੇ ਘੱਟ ਮਿਲਿਆ ਮੁਕਾਬਲਤਨ। ਪਿੱਛੇ ਪੇਰੈਂਟਸ ਪੈਸਾ ਦੇਣ ਦੇ ਲਈ ਹੈ ਨਹੀਂ। ਇੱਥੇ ਤੁਸੀਂ ਫੁੱਲ ਪੇਰੈਂਟਸ ਦੇ ਵਿੱਚ ਰਿਸ਼ਤੇਦਾਰਾਂ 'ਚ ਬੈਠੇ ਹੋ, ਉੱਥੇ ਕੱਲਾ 17-18 ਸਾਲ ਦਾ ਇੱਕ ਬੱਚਾ ਤੁਸੀਂ ਛੱਡਿਆ ਹੋਇਆ ਤੇ ਉਹਦੇ ਕੋਲ ਕੋਈ ਸਲਾਹਕਾਰ ਨਹੀਂ, ਕੋਈ ਉਹਦਾ ਸ਼ੋਸ਼ਣ ਕਿੰਨਾ ਹੋ ਗਿਆ ਹੋਏਗਾ ਵੱਖ-ਵੱਖ ਮਾਮਲਿਆਂ ਦੇ ਵਿੱਚ। ਸਾਡੀਆਂ ਕੁੜੀਆਂ ਦਾ ਸ਼ੋਸ਼ਣ ਜਿਹੜਾ ਉੱਥੇ ਹੋ ਰਿਹਾ ਹੈ ਉਹ ਅਜੇ ਪਰਤ ਦਰ ਪਰਤ ਖੁੱਲਣਾ ਹੈ, ਔਰ ਖੁੱਲਦਾ ਵੀ ਹੈ, ਵੈਸੇ ਖੁੱਲਦਾ ਆ ਰਿਹਾ ਹੌਲੀ ਹੌਲੀ। ਇਹ ਵੀ ਬਹੁਤ ਵੱਡਾ ਇੱਕ ਸੋਸ਼ਲ ਸਟਿਗਮਾ ਹੈ, ਬਹੁਤ ਵੱਡਾ ਇੱਕ ਸਮਾਜਿਕ ਧੱਬਾ ਜਿਹੜਾ ਸਾਡੇ ਤੇ ਲੱਗੂਗਾ ਉਸ ਰੂਪ 'ਚ। ਇਹਨੂੰ ਠੀਕ ਤਰੀਕੇ ਨਾਲ ਕਿਉਂ ਟਣ ਦਾ ਸਵਾਲ ਹੈ। ਜਾਂ ਤਾਂ ਇਹ ਹੈ ਕਿ ਕੋਈ ਮੈਰਿਜ ਕਰਨੀ ਹੈ, ਕੁੜੀ ਜਾ ਰਹੀ ਹੈ, ਠੀਕ ਹੈ ਤੁਸੀਂ ਕਰ ਦਿਓ, 2-4 ਸਾਲ ਲਿਖੋ ਤੇ ਉਦੋਂ ਬਾਅਦ ਕਰ ਦਿਓ। ਜਾਂ ਕੋਈ ਤਰੀਕਾ ਹੋਰ ਲੱਭਣ ਦਾ ਮਤਲਬ ਸਵਾਲ ਹੈ। ਜਾਂ ਇਹਨੂੰ ਵਿਦੇਸ਼ ਨੂੰ ਵੀ ਪਤਾ ਹੈ ਕਿ ਪੇਪਰ ਮੈਰਿਜ ਆ, ਸਾਡੇ ਬਥੇਰੇ ਜਾਂਦੇ ਸੀ ਅਡਾਪਟਡ ਕਰਕੇ ਵੀ ਅੱਗੇ। ਉਹ ਇਹ ਨਹੀਂ ਕਿ ਉਹਨਾਂ ਨੂੰ ਨਹੀਂ ਪਤਾ। ਤੁਸੀਂ ਪੇਪਰ ਮੈਰਿਜ ਐਕਸੈਪਟ ਕਰਾ ਲਓ ਤੇ ਉਦੋਂ ਬਾਅਦ ਜੇ ਓਰੀਜਨਲ ਮੈਰਿਜ ਤੁਹਾਡੀ ਹੈ ਤੇ ਠੀਕ ਹੈ, ਤੇ ਨਹੀਂ ਤਾਂ ਨਾ ਸੀ। ਤੁਹਾਨੂੰ ਰਾਈਟ ਤਾਂ ਹੈ ਆਪਣੀ ਜ਼ਿੰਦਗੀ ਜਿਉਣ ਦਾ ਨਾ ਇੱਕ ਦੂਜੇ ਨੂੰ।
ਔਰ ਜੇ ਇਹਦੇ ਨਾਲ ਇਹ ਦਲੀਲ ਇਹ ਜਿਹੜਾ ਅਸੀਂ ਇੱਕ ਨੈਰੇਟਿਵ ਸਿਰਜਿਆ ਪੰਜਾਬ ਦੇ ਵਿੱਚ ਕੁੜੀਆਂ ਦੇ ਗਲ ਗੂਠਾ ਦੇਣ ਦਾ, ਮੈਨੂੰ ਲੱਗਦਾ ਗਲਤ ਟ੍ਰੈਂਡ ਲਿਜਾਏਗਾ, ਉਹਨਾਂ ਨੂੰ ਹਰ ਸਾਰੀ ਜ਼ਿੰਦਗੀ ਪੀੜਤ ਰੱਖਣ ਦਾ ਇੱਕ ਤਰੀਕਾ ਹੈ ਕਿ ਤੁਸੀਂ ਗੱਠਨਾੜ ਹੋਗੇ ਤਾਂ ਤੁਸੀਂ ਉਸ ਤਰੀਕੇ ਨਾਲ ਚੱਲੋ। ਤੇ ਇਹਦੇ ਲਈ ਜਾਂ ਫਿਰ ਇਹ ਕਰ ਲਓ ਵੀ ਘੱਟੋ ਘੱਟ ਜ਼ਰੂਰੀ ਤਾਂ ਨਹੀਂ ਵੀ ਜਿਹੜਾ ਪੈਸੇ ਦੇ ਸਕਦਾ, ਹੌਲੀ ਹੌਲੀ ਉਹਨਾਂ ਨੂੰ ਮਿਲ ਦਿਓ ਸਾਲ 6 ਮਹੀਨੇ, ਜੇ ਉਹਨਾਂ ਦੀ ਮੱਤ ਮਿਲ ਜੇ ਤਾਂ ਉਦੋਂ ਬਾਅਦ ਵਿਆਹ ਤਾਂ ਕਰੋ, ਤਾਂ ਪੈਸਾ ਨਿਭਾ ਲਓ। ਕੱਲਾ ਪੈਸਾ ਦੇਣਾ, ਟਰੈਵਲਿੰਗ ਪੈਸਾ ਦੇਣ ਦੇ ਨਾਲ ਤੁਸੀਂ ਮਾਲਕ ਬਣ ਕੇ ਕੱਲਾ ਇਹ ਕਰੋਗੇ, ਉਹ ਸਾਡੀ ਲਾਈਫ 'ਚ ਫਾਲਟ ਹੈ, ਕਿਤੇ ਸਾਡੇ ਰਿਸ਼ਤੇ ਕਰਨ ਦੇ ਤਰੀਕੇ 'ਚ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੈ, ਉਹਨੂੰ ਵੀ ਵਾਚ ਕਰਨਾ, ਉਹਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਮੇਰੇ ਖਿਆਲ। ਜੀ ਹਰਮੀਤ ਸਿੰਘ ਜੀ, ਇਹਦੇ ਨਾਲ ਜੁੜਿਆ ਇੱਕ ਆਖਰੀ ਸਵਾਲ ਹੈ। ਜਦੋਂ ਅਸੀਂ ਗੱਲ ਆਇਲਸ ਦੀ ਕਰਦੇ ਹਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਪਿੱਛੇ ਜੇ ਬੜੀ ਭਾਵੁਕਤਾ ਦੇ ਨਾਲ ਕਿਹਾ ਸੀਗਾ ਕਿ ਨਹੀਂ ਜਾਣੇ ਚਾਹੀਦੇ ਪੰਜਾਬੀ ਇਧਰੋਂ ਬਾਹਰਲੇ ਮੁਲਕਾਂ ਦੇ ਵਿੱਚ, ਪਰ ਜਦੋਂ ਆਇਲਸ ਦੀ ਗੱਲ ਹੁੰਦੀ ਹੈ ਤਾਂ ਸ਼ੋਸ਼ਣ ਵੀ ਸਾਹਮਣੇ ਆਉਂਦਾ ਕਿ ਬੱਚਿਆਂ ਨੂੰ ਕਈ ਵਾਰ ਜਿਹੜਾ ਉਹ ਆਇਲਸ ਦੇ ਪੇਪਰ ਦੇਣੇ ਪੈਂਦੇ, ਉਹ ਨਹੀਂ ਪਾਸ ਹੁੰਦੇ, ਉਹਨਾਂ ਦਾ ਜਿਹੜਾ ਸਿੱਖਿਆ ਪੱਧਰ ਹੈ ਉਹੋ ਜਿਹਾ ਸਕੂਲਾਂ ਤੋਂ, ਕਈ ਇਹੋ ਜਿਹੇ ਮਾੜੇ ਮੋਟੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਕਈ ਸਰਕਾਰੀ 'ਚ ਪੜ੍ਹਦੇ ਨੇ, ਉਹ ਨਹੀਂ ਪਿੰਡਾਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਇਹੋ ਜਿਹੀ ਸਿੱਖਿਆ ਮਿਲਦੀ ਕਿ ਉਹਨਾਂ ਦੇ ਇੰਗਲਿਸ਼ ਸਪੀਕਿੰਗ ਤੇ ਰੀਡਿੰਗ ਵਗੈਰਾ, ਰਾਈਟਿੰਗ ਵਗੈਰਾ ਚੰਗੀ ਹੋਵੇ। ਤੇ ਕੀ ਆਇਲਸ ਕੇਂਦਰਾਂ ਨੂੰ ਲੈ ਕੇ ਵੀ ਸਰਕਾਰ ਨੂੰ ਆਪਣਾ ਸਟੈਂਡ ਨਹੀਂ ਸਪਸ਼ਟ ਕਰਨਾ ਚਾਹੀਦਾ ਤਾਂ ਕਿ ਇਧਰਲੇ ਪਾਸੇ ਦੀ ਲੁੱਟ ਵੀ ਬੰਦ ਹੋਣੀ ਚਾਹੀਦੀ ਹੈ? ਠੀਕ ਹੈ, ਜੇ ਕੋਈ ਪ੍ਰਵਾਸ ਕਰਨਾ ਚਾਹੁੰਦਾ, ਬਾਹਰ ਜਾ ਕੇ ਪੜ੍ਹਨਾ ਚਾਹੁੰਦਾ, ਉਹਦੀ ਆਪਣੀ ਇੱਛਾ ਹੋਵੇ। ਨਹੀਂ, ਪੜ੍ਹਨਾ ਤਾਂ ਕੌਣ ਚਾਹੁੰਦਾ, ਮੈਨੂੰ ਨਹੀਂ ਲੱਗਦਾ ਪੜ੍ਹਦਾ ਕੌਣ ਹੈ। ਸਾਰੇ ਦਿਹਾੜੀ ਕਰਨ ਜਾ ਰਹੇ ਨੇ, 98% 99 ਸਰਵੇ ਕਰ ਲਓ ਜਿੰਨੇ ਜਾ ਰਹੇ ਨੇ, ਉਹ ਕੋਈ ਪੜ੍ਹਨ ਨਹੀਂ ਜਾ ਰਿਹਾ ਹਾਇਰ ਐਜੂਕੇਸ਼ਨ ਦੇ ਵਿੱਚ, ਉਹ ਉੱਥੇ PR ਲੈਣ, ਉੱਥੇ ਰਹਿਣ ਤੇ ਉੱਥੇ ਘਰ ਕਮਾਈ, ਕਿਉਂਕਿ ਸਾਡੇ ਕੋਲ ਉਹਦੇ ਨੂੰ ਦੇਣ ਲਈ ਹੈ ਕੁਝ ਨਹੀਂ, ਅਸੀਂ ਉਹਨੂੰ ਕੁਝ ਨਹੀਂ ਦਿੱਤਾ ਉਸ ਪੱਧਰ ਦਾ। ਅਸੀਂ ਕਿਰਤ, ਸਾਡੇ ਸੂਬੇ ਦੇ ਵਿੱਚ ਜਿੱਥੇ ਗੁਰੂ ਨਾਨਕ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ, ਕਿਰਤੀ ਦੇ ਤਾਂ ਅਸੀਂ ਠੇਡੇ ਮਾਰਦੇ ਹਾਂ ਤੇ ਕਿਰਤ ਦੇ ਠੇਡੇ ਮਾਰਦੇ ਹਾਂ। ਜਿਹੜਾ ਵਿਹਲਾ ਬਹਿੰਦਾ ਉਹਨੂੰ ਅਸੀਂ ਸਨਮਾਨਿਤ ਕਰਦੇ ਹਾਂ ਹਰ ਵਾਰ ਸਟੇਜਾਂ ਤੇ ਲਿਆ ਕੇ, ਜਿਹੜਾ ਵਿਹਲੜ ਬੰਦਾ ਹੈ ਜਿਹਨੇ ਲੁੱਟ ਕੇ ਪੈਸੇ ਕਮਾਏ ਨੇ ਉਹਨੂੰ ਤਾਂ ਅਸੀਂ ਸਨਮਾਨਿਤ ਕਰਦੇ ਹਾਂ। ਕਹਿਣ ਨੂੰ ਅਸੀਂ ਗੁਰੂ ਨਾਨਕ ਦੀ ਧਰਤੀ ਆ ਤੇ ਕਹਿਣ ਨੂੰ ਅਸੀਂ ਗੁਰੂ ਨਾਨਕ ਦੀ ਗੱਲ ਮੰਨਦੇ ਹਾਂ, ਤੇ ਗੁਰੂ ਨਾਨਕ ਤਾਂ ਪਕਵਾਨ ਖਾਣ ਨਹੀਂ ਜਾਂਦੇ ਮਲਕ ਭਾਗੋ ਦੇ, ਉਹ ਭਾਈ ਲਾਲੋ ਦੇ ਰਾਤ ਕੱਟਦੇ ਨੇ ਕਿ ਮੈਂ ਇਹਨਾਂ ਦੇ ਕੱਟੂਗਾ। ਤੇ ਅੱਜ ਕੱਲ ਕੋਈ ਹੈ ਰਿਸ਼ਤੇਦਾਰ ਜਿਹੜਾ ਭਾਈ ਲਾਲੋ ਦੇ ਵਰਗੇ ਆਪਣੇ ਰਿਸ਼ਤੇਦਾਰ ਦੇ ਜਾਂਦਾ ਹੋਵੇ? ਅਗਲਾ ਕਹਿੰਦਾ ਮੰਗੂਗਾ ਕੁਛ, ਐਵੇਂ ਵਾਧੂ ਦਾ ਕੋਈ ਮਾਮਲਾ ਨਹੀਂ। ਅਸੀਂ ਦੇਖੋ ਤਾਂ ਅਸੀਂ ਸਿਸਟਮ ਕਿਹੋ ਜਿਹਾ ਬਣਾਤਾ, ਸਾਡਾ ਸਿਸਟਮ ਦਸਵੰਧ ਦਾ ਸਿਸਟਮ ਸੀ, ਸਾਡਾ ਸਿਸਟਮ ਕੋਆਪਰੇਸ਼ਨ ਦਾ ਸਿਸਟਮ ਸੀ, ਸਹਿਕਾਰਤਾ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਉਹ ਸਾਰੇ ਸਹਿਕਾਰਤਾ ਦੇ ਵਿੱਚ ਜੇਕਰ ਮਿਲ ਜੁਲ ਕੇ ਕੰਮ ਚੱਲਦਾ ਤਾਂ ਉਹ ਮਿਲ ਜੁਲ 'ਚ ਇੰਨੀ ਤਾਕਤ ਹੈ ਕਿ ਤੁਸੀਂ ਦੱਸੋ ਕਿ ਕਿਸੇ ਗੁਰਦੁਆਰੇ 'ਚ ਲੱਖਾਂ ਦੇ ਤਾਦਾਦ 'ਚ ਲੋਕ, ਹਜ਼ਾਰਾਂ ਦੀ ਤਾਦਾਦ 'ਚ ਲੰਗਰ ਛਕਦੇ ਨੇ, ਕਦੇ ਥੋੜੇ ਆ? ਇਹ ਇਕੱਲੇ ਕਿਸੇ ਅਮੀਰ ਬੰਦੇ ਨਾਲ ਨਹੀਂ, ਇਹ ਸਭ ਦੀ ਕੰਟਰੀਬਿਊਸ਼ਨ ਹੈ। ਅੱਜ 1.25 ਸਾਲ ਕਿਸਾਨ ਅੰਦੋਲਨ ਚੱਲ ਗਿਆ, ਭਾਵੇਂ ਵੱਖ-ਵੱਖ ਸੂਬਿਆਂ ਦੇ ਵੀ ਬੰਦੇ ਰਹਿੰਦੇ ਰਹੇ, ਪਰ ਉਹਦਾ ਬੋਝ ਲੰਗਰ ਦੇ ਤੌਰ ਤੇ, ਬਾਕੀ ਚੀਜ਼ਾਂ ਦੇ ਤੌਰ ਤੇ ਸਾਰਾ ਪੰਜਾਬੀਆਂ ਨੇ ਚੱਕਿਆ ਨਾ, ਜਿਹਦੇ 'ਚ ਚਾਹੇ ਪ੍ਰਵਾਸੀ ਹੋਣ, ਚਾਹੇ ਇੱਥੇ ਹੋਣ, ਚਾਹੇ ਬਾਕੀ ਹੈ। ਇਹ ਸਟਰੈਂਥ ਹੈ ਸਾਡੀ ਸੁਸਾਇਟੀ ਦੀ, ਅਸਲ 'ਚ ਇਹ ਤਾਕਤ ਹੈ ਸਾਡੇ, ਜਿਹਨੂੰ ਅਸੀਂ ਪਛਾਣਦੇ ਨਹੀਂ। ਬਾਕੀ ਪ੍ਰੈਕਟੀਕਲ ਲਾਈਫ 'ਚ ਤੂੰ ਬਿਲਕੁਲ ਦੂਜੇ ਮਾਮਲਿਆਂ 'ਚ ਅਸੀਂ ਉਲਟ ਕਰ ਦਿੰਦੇ ਹਾਂ। ਤਾਂ ਜੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਬੇਰੁਜ਼ਗਾਰ ਬੱਚੇ ਫਿਰਦੇ ਨੇ, ਉਹਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਾ ਔਰ ਉਹਦੇ ਲਈ ਇਕਜੁੱਟਤਾ ਦੇ ਲਈ ਸੋਚਣਾ ਪਹਿਲਾਂ, ਤੇ ਬੈਠ ਕੇ ਕਿ ਇਹਨਾਂ ਨੂੰ ਆਪਾਂ ਕਿਵੇਂ ਕਰ ਸਕਦੇ ਹਾਂ। ਸਪੋਜ਼ ਕਰੋ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਕਿ ਪਿੰਡਾਂ 'ਚੋਂ ਚੱਲੇ ਜੀ ਸਰਕਾਰ, ਜੇ ਪਿੰਡਾਂ 'ਚੋਂ ਚੱਲਣੀ ਹੈ, ਜੇ ਰੁਜ਼ਗਾਰ ਦੇ ਵਸੀਲੇ ਆਪ ਪੈਦਾ ਕਰਨੇ ਨੇ, ਤਾਂ ਤੁਹਾਨੂੰ ਕਾਨੂੰਨ ਫੋਲੋ ਕਰਨਾ ਪਏਗਾ। 73ਵੀਂ ਸੰਵਿਧਾਨਕ ਸੋਧ ਹੈ, ਤੁਸੀਂ ਦੇ ਦਿਓ 29 ਡਿਪਾਰਟਮੈਂਟ ਪੰਚਾਇਤਾਂ ਨੂੰ, ਦੇ ਦਿਓ ਉਹਦੇ ਕਰਮਚਾਰੀ ਉਹਨਾਂ ਨੂੰ, ਦੇ ਦਿਓ ਉਹਦਾ ਬਜਟ ਉਹਨਾਂ ਨੂੰ, ਬਜਟ ਤਾਂ ਤੁਹਾਡੇ ਕੋਲ ਰਹੂਗਾ, ਕੇਂਦਰੀਕਰਨ ਰਹੇਗਾ, ਤੇ ਤੁਸੀਂ ਉਹਨਾਂ ਨੂੰ ਟਰਾਂਸਫਰ ਨਹੀਂ ਕਰੋਗੇ। ਮਨਰੇਗਾ ਦੇ ਵਿੱਚ ਕਾਰਡ 20,96,000 ਜੌਬ ਕਾਰਡ ਬਣਾਈ ਬੈਠੇ ਨੇ ਬੰਦੇ, ਤੁਸੀਂ 100 ਚੋਂ 22 ਦਿਨ ਕੰਮ ਦੇ ਰਹੇ ਹੋ। ਸੰਵਿਧਾਨ 'ਚ ਤੁਸੀਂ ਗਰੰਟੀ ਕੀਤੀ ਹੋਈ ਆ 100 ਦਿਨ ਦੇਾਂਗੇ, ਤਾਂ ਇਹਦੇ ਤੇ ਰਿਵਿਊ ਕਰੋ ਕਿ ਉਹ 100 ਦਿਨ ਕਿਉਂ ਨਹੀਂ ਮਿਲਦਾ। ਤੇ ਇਸੇ ਤਰੀਕੇ ਦੇ ਨਾਲ ਤੁਸੀਂ ਉਹਦੇ 'ਚ ਮੇਟ ਰੱਖਣਾ, 50,000 ਮੇਟ, 40 ਦੇ ਪਿੱਛੇ ਇੱਕ ਮੇਟ ਭਰਤੀ ਹੁੰਦਾ, ਉਹਨੂੰ ਤਨਖਾਹ ਦੇਣੀ ਹੈ ਅਰਧ ਕੁਸ਼ਲ ਕਾਮੇ ਦੀ। ਅਰਧ ਕੁਸ਼ਲ ਕਾਮੇ ਦਾ ਮਤਲਬ ਹੈ 9,998 ਰੁਪਈਏ, ਤੇ ਤੁਸੀਂ ਉਹਨੂੰ ਦੇ ਰਹੇ ਹੋ ਲੇਬਰ ਦਿਹਾੜੀ ਦੀ 269 ਰੁਪਈਏ। ਉਹਦੇ ਨਾਲ ਧੱਕਾ ਇੱਕ ਗਰੀਬ ਆਦਮੀ ਨਾਲ ਕਿਵੇਂ ਹੁੰਦਾ? ਨਾਲੇ ਤੁਹਾਡੇ ਖਜ਼ਾਨੇ 'ਚੋਂ ਨਹੀਂ ਜਾਂਦਾ, ਉਹ ਮਨਰੇਗਾ ਦੇ ਮਟੀਰੀਅਲ ਕਾਸਟ 'ਚੋਂ ਆਉਂਦਾ। ਫਿਰ ਰੁਜ਼ਗਾਰ ਸਹਾਇਕ ਨੇ, ਉਹਨਾਂ ਤੋਂ 10-10 ਸਾਲ ਹੋ ਗਏ, ਤੁਸੀਂ 12, 13, 14,000 ਤੇ ਉਹਨਾਂ ਦਾ ਮੜ ਕੁੱਟਦੇ ਹੋ। ਤੇ ਜੇ ਉਹਨਾਂ ਤੋਂ ਕੰਮ ਹੋਰ ਲੈਣਾ ਤੇ ਹੋਰ ਬੰਦੇ ਵੀ ਭਰਤੀ ਕਰੋ ਤੇ ਉਹਨਾਂ ਨੂੰ ਪੈਸੇ ਵੀ ਉਹਨੇ ਕੁ ਦਿਓ। ਔਰ ਤੁਸੀਂ ਉਹ ਸਾਰੀਆਂ ਚੀਜ਼ਾਂ ਤਾਂ ਕਰੋ, ਪਹਿਲਾਂ ਇੱਕ ਐਟਮੋਸਫੀਅਰ ਬਣਾਓ, ਫਿਰ ਉਹਦੇ 'ਚ ਵਾਤਾਵਰਨ ਦਾ ਸਵਾਲ ਹੈ, ਉਹੀ ਮਨਰੇਗਾ 'ਚ ਬੂਟੇ ਲਾਓ, ਫਲਦਾਰ ਲਾਓ, ਬਾਕੀ ਚੀਜ਼ਾਂ ਲਾਓ, 'ਚ ਰੁਜ਼ਗਾਰ ਦਿਓ। ਉਹ ਸਾਰਾ ਜਦੋਂ
ਓਵਰਆਲ ਮਾਹੌਲ ਇੱਕ ਸੁਲਝੂਗਾ ਜਾਂ ਕਰੂਗਾ ਤਾਂ ਉਹਦੇ ਨਾਲ ਠੀਕ ਹੋਣਾ। ਕੱਲੇ ਐਲਾਨਾਂ ਨਾਲ ਨਹੀਂ ਹੋਣਾ। ਤੁਸੀਂ ਕਹਿੰਦੇ 36,000 ਰੱਖਾਂਗੇ, ਉਹ 36,000 ਤਾਂ ਉਹ ਹੈ ਜਿਹੜਾ ਪਹਿਲਾਂ ਹੀ ਲੱਗਿਆ ਉਹਨਾਂ ਨੂੰ ਰੈਗੂਲਰ ਕਰਨਾ, ਉਹ ਕੋਰਟ 'ਚ ਹੈ ਤੇ ਪਤਾ ਲੱਗਿਆ ਵੀ ਉਹ ਤਾਂ ਜੀ ਗਵਰਨਰ ਤੋਂ ਹੀ ਨਹੀਂ ਅਜੇ ਪਹਿਲ ਵਾਪਸ ਆਈ, ਗਵਰਨਰ ਕੀ ਲਿਖੂਗਾ ਪਤਾ ਨਹੀਂ ਕੀ ਹੋ ਜਾਊਗਾ। ਇਹ ਟੱਲੇਮਾਰ ਸਿਆਸਤ ਨਾ ਕਰੋ, ਸਿਆਸਤ ਗੰਭੀਰ ਸਿਆਸਤ ਕਰੋ। ਸਿਆਸਤ ਬਹੁਤ ਗੰਭੀਰ ਮੁੱਦਾ ਹੈ, ਨਾਰਮਲ ਮੁੱਦਾ ਨਹੀਂ ਹੈ ਜਿਹਨੂੰ ਸਾਡੇ ਪੋਲੀਟੀਸ਼ੀਅਨ ਐ ਸਮਝਦੇ ਨੇ ਵੀ ਸਵੇਰੇ ਉੱਠਣਾ ਹੈ, ਢਾਠੀ ਬੰਨਣੀ ਹੈ, ਜਾ ਕੇ ਪ੍ਰੈਸ 'ਚ ਬੋਲਣਾ, ਕੋਈ ਨਾ ਕੋਈ ਕਿਸੇ ਤੇ ਇਲਜ਼ਾਮ ਲਾ ਦੇਣਾ, ਕਿਸੇ ਨਾ ਕਿਸੇ ਨੂੰ ਠਿੱਪੀ ਲਾ ਦੇਣੀ ਹੈ। ਇਹ ਤਰੀਕਾ ਪੋਲੀਟਿਕਸ ਨਹੀਂ ਹੈ। ਆ ਹੁਣੀ ਭਗਤ ਸਿੰਘ ਉਹਨਾਂ ਦਾ ਮੰਗ ਹੈ, ਉਹ ਫਾਂਸੀ ਤੱਕ ਲਿਜਾਂਦੀ ਹੈ ਪੋਲੀਟਿਕਸ ਜੇਕਰ ਤੁਹਾਡੀ ਗੱਲ ਨਹੀਂ ਪੁੱਗਦੀ। ਜਦੋਂ ਤੁਸੀਂ ਚੈਲੰਜ ਨੂੰ ਕਬੂਲ ਕਰਦੇ ਹੋ ਤਾਂ ਉਹ ਤੱਤੀ ਤਵੀ ਤੇ ਬਿਠਾਉਂਦੀ ਆ ਉਹ ਪੋਲੀਟਿਕਸ। ਜਦੋਂ ਤੁਸੀਂ ਕਿਸੇ ਅਸੂਲ ਦੀ ਗੱਲ ਕਰਦੇ ਹੋ ਤਾਂ ਉਹ ਸਰਬੰਸਦਾਨੀ ਹੋਣ ਦਾ ਖਿਤਾਬ ਉਹਦੇ 'ਚ ਆਉਂਦਾ ਜਦੋਂ ਤੁਸੀਂ ਪੋਲੀਟਿਕਸ ਉਹ ਕਰਦੇ ਹੋ। ਨਾਰੇ ਨਾਲ ਪੋਲੀਟਿਕਸ ਨਹੀਂ ਕਰਨੀ ਹੁੰਦੀ, ਤੁਹਾਡੇ ਜੀਵਨ ਦੇ ਚੱਲਣ ਦੇ ਨਾਲ, ਤੁਹਾਡੇ ਉਹ ਸਾਰੇ ਮਾਮਲੇ ਦੇ ਵਿੱਚ ਉਹ ਘਰ ਕਰ ਗਈ ਹੁੰਦੀ ਹੈ। ਪੰਜਾਬ ਨੂੰ ਪੰਜਾਬੀਅਤ ਬੇਸਡ ਆਪਣੇ ਵਿਰਸੇ ਨਾਲ ਜੁੜਿਆ ਹੋਇਆ ਇੱਕ ਡਿਵੈਲਪਮੈਂਟ ਦੇ ਮਾਡਲ ਦੀ ਲੋੜ ਹੈ, ਜਿਹੜਾ ਕਾਰਪੋਰੇਟ ਮਾਡਲ ਤੋਂ ਵੱਖਰਾ ਹੋਵੇ, ਜਿਹੜਾ ਹੁਣ ਤੱਕ ਦੇ ਚੱਲ ਰਹੇ ਸਾਰੇ ਨੁਕਸ ਨੇ ਉਹਨਾਂ ਤੋਂ ਨਿਰਲੇਪ, ਉਹਨਾਂ ਨੂੰ ਦਰੁਸਤ ਕਰਦਾ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹੜਾ ਸੰਗਤੀ ਰੂਪ ਦੇ ਵਿੱਚ ਗ੍ਰਾਮ ਸਭਾਵਾਂ ਰਾਹੀਂ ਫੈਸਲੇ ਲੈਣ ਦੀ ਮਤਲਬ ਜ਼ਰੂਰਤ ਵੀ ਰੱਖੇ ਤੇ ਉਹਨਾਂ ਨੂੰ ਟਰਾਂਸਫਰ ਕਰੇ ਪਾਵਰ ਉਸ ਤਰੀਕੇ ਦੇ ਨਾਲ, ਤੇ ਜਿਹੜਾ ਇਕੱਲੇ ਨੂੰ ਆਏ ਨਾ ਕਿ ਮੈਨੂੰ ਸਭ ਕੁਝ ਆਉਂਦਾ ਤੇ ਮੈਂ ਇਹ ਕਰਦਾ, ਉਹਦੇ ਨਾਲ ਇੱਕ ਭਰੋਸਾ ਪੈਦਾ ਹੋਊਗਾ। ਉਹਦੇ ਨਾਲ ਇੱਕੋ ਦਮ ਨਹੀਂ ਹੋ ਜੂ, ਫਿਰ ਵੀ ਸਾਲਾਂ ਲੱਗਣਗੇ। ਕੋਈ ਐ ਨਹੀਂ ਆਪਾਂ ਕਹਿ ਸਕਦੇ 5 ਸਾਲ 'ਚ 4 ਸਾਲ 'ਚ ਚੁਟਕੀ ਵੱਜ ਜੂ। ਜੇ 20 25 30 ਸਾਲ ਦਾ 40 ਦਾ ਪ੍ਰੋਸੈਸ ਹੈ ਤਾਂ ਪ੍ਰੋਸੈਸ ਨੂੰ ਮੁੜਨ ਨੂੰ ਵੀ ਟਾਈਮ ਲੱਗੇਗਾ, ਪਰ ਉਹ ਇੱਕ ਭਰੋਸਾ ਜਗਾ ਦੂ ਹੌਲੀ ਹੌਲੀ, ਤੇ ਫਿਰ ਉਹ ਕੰਟਰੀਬਿਊਟ ਵੀ ਕਰਨ ਲੱਗ ਜਾਣਗੇ ਇਹਨੂੰ ਦਰੁਸਤ ਕਰਨ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ। ਜਦੋਂ ਫਿਰ ਉਹ ਸਾਰੇ ਮਿਲ ਕੇ ਕਰਪਟ ਮਤਲਬ ਉਹਨੂੰ ਕਰਨਗੇ, ਜਿਵੇਂ ਕਿੰਨੇ ਹੀ NRI ਜਿਹਨੇ ਇਸ ਅੰਦੋਲਨ ਨੂੰ ਕਿੰਨਾ ਜ਼ਿਆਦਾ ਪੈਸਾ ਦਿੱਤਾ ਤੇ ਵਸਤਾਂ ਦਿੱਤੀਆਂ। ਪੈਸਾ ਇਹਨਾਂ ਨੇ ਨਹੀਂ ਜਦੋਂ ਲਿਆ, ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਲਾ ਦਿਓ। ਤਾਂ ਪੰਜਾਬ ਨੂੰ ਕਰਜ਼ੇ ਚੋਂ ਕੱਢਣ ਦੇ ਲਈ ਵੀ, ਪੰਜਾਬ 'ਚ ਰੁਜ਼ਗਾਰ ਪੈਦਾ ਕਰਨ ਲਈ ਵੀ ਉਹ ਵੀ ਆਪਣੀ ਕੰਟਰੀਬਿਊਟ ਕਰ ਦੇਣਗੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਪਹਿਲਾਂ ਤੁਸੀਂ ਤਾਂ ਉਹ ਰਸਤੇ ਕੋਈ ਉਹੋ ਜਿਹਾ ਤਾਂ ਅਪਣਾਓ ਨਾ, ਇੱਕ ਖਾਕਾ ਜਿਹਦੇ 'ਚ ਉਹਨਾਂ ਨੂੰ ਲੱਗੇ ਕਿ ਇਹ ਮੇਰੀ ਜਿਹੜੀ ਕੰਟਰੀਬਿਊਸ਼ਨ ਹੈ ਅਜਾਈ ਨਹੀਂ ਜਾਏਗੀ, ਇਹ ਕਿਤੇ ਐਵੇਂ ਨਹੀਂ ਉੱਡ ਜੂਗੀ ਤੇ ਮੈਂ ਜੇ ਕਰ ਵੀ ਦਿੱਤਾ ਕੋਈ ਫਾਇਦਾ ਨਹੀਂ। ਉਹਦੇ ਲਈ ਪਹਿਲਾਂ ਸਾਰੇ ਕੰਟਰੀਬਿਊਟ ਕਰੋ, ਦਸਵੰਧ ਕੱਢਣ ਦੇ ਲਈ ਇੱਕ ਚਰਚਾ ਓਵਰਆਲ ਸਾਰੇ ਸਰਕਾਰੀ ਅਪਲਾਈ ਤੇ ਅਫਸਰਾਂ ਨਾਲ ਚੀਫ ਮਿਨਿਸਟਰ ਮੀਟਿੰਗ ਕਰੇ ਕਿ ਤੁਸੀਂ ਦਸਵੰਧ ਕੱਢਣ ਲਈ ਤਿਆਰ ਹੋ ਜਾਂ ਕੱਲਾ ਲੈਣ ਦੇ ਲਈ ਉਹ ਮੰਗ ਹੋਣੀ ਹੈ। ਕਿੰਨਾ ਦਸਵੰਧ ਕੱਢਾਂਗੇ, ਇੱਕ ਪ੍ਰੋਪਰ ਆਪਾਂ ਖਾਕਾ ਬਣਾਉਂਦੇ ਆ ਸਾਰੇ ਦੇ ਸਾਰੇ ਰਲ ਮਿਲ ਕੇ, ਜਿਹੜਿਆਂ ਦੇ ਕੋਲ ਹੈ, ਜਿਨ੍ਹਾਂ ਕੋਲ ਨਹੀਂ ਹੈ ਤੇ ਉਹਨਾਂ ਦੀ ਮਦਦ ਕਰਦੇ ਆ, ਤੇ ਜਿਨ੍ਹਾਂ ਕੋਲ ਹੈ ਉਹ ਤੋਂ ਦਸਵੰਧ ਦੇ ਰੂਪ ਦੇ ਵਿੱਚ ਲੈ ਲਓ। ਜੇ ਵੱਡਿਆਂ ਨਹੀਂ ਅਜੇ ਉਹਨੂੰ ਉਦੋਂ ਜ਼ਿਆਦਾ ਨਹੀਂ, ਅਪੀਲ ਤਾਂ ਕਰ ਹੀ ਸਕਦੇ ਹੋ ਜੇ ਲੜ ਨਹੀਂ ਸਕਦੇ ਜੇ ਅਮੀਰ ਆਦਮੀ ਨਾਲ। ਉਸ ਪਾਸੇ ਵੱਲ ਤੁਰੋਗੇ ਤਾਂ ਇਹ ਗੱਲ ਹੋਏਗੀ। ਕਿਸੇ ਕੋਲ ਗਿੱਦੜ ਸਿੰਘੀ ਨਹੀਂ ਹੈ, ਗਿੱਦੜ ਸਿੰਘੀ ਦੇ ਬਜਾਏ ਸਮਾਜ 'ਚ ਮੰਥਨ ਕਰੋ। ਚੀਫ ਮਿਨਿਸਟਰ ਸਾਹਿਬ ਨੇ ਤਾਂ ਸਾਡੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਚਾਲ ਚੱਲੀ ਤੇ ਚੱਲ ਪਏ ਲੱਗਦੇ ਨੇ। ਮੋਦੀ ਨੇ 7.5 ਸਾਲ 'ਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੇ ਨਾ ਹੁਣ ਉਹ ਵੀ ਵੀਡੀਓ ਆ ਜਾਂਦੀ ਹੈ, ਤੇ ਤੁਸੀਂ ਜਦ ਆਪਦੇ ਆਪ ਨੂੰ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਸਵਾਲਾਂ ਦੇ ਦਾਇਰੇ ਦੇ ਵਿੱਚੋਂ ਬਾਹਰ ਕੱਢ ਦਿੰਦੇ ਹੋ ਤਾਂ ਤੁਸੀਂ ਨਹੀਂ ਵਾਜਬ ਬੰਦੇ ਕਦੇ ਵੀ ਹੋ ਸਕਦੇ, ਜਿੰਨਾ ਮਰਜ਼ੀ ਸੋਚ, ਜਿੰਨੀ ਮਰਜ਼ੀ ਨੀਅਤ ਸਾਫ਼ ਹੋਵੇ। ਜਿੰਨੀ ਲੋਕਾਂ ਦਾ ਸੰਗਮ ਜਿਹੜਾ ਸਮੂਹ ਹੈ ਜਿਹੜਾ ਉਹ ਤੁਹਾਨੂੰ ਸਿਆਣੇ ਬਣਾਉਂਦਾ ਹੈ। ਜੇ ਇੱਕ ਕੋਟਰੀ ਦੇ ਵਿੱਚ ਘਿਰ ਕੇ ਤੁਸੀਂ ਸਿਆਣੇ ਬਣਨ ਦਾ ਭਰਮ ਪਾਲੋਗੇ, ਇਹ ਹਿਸਟੋਰੀਕਲੀ ਗਲਤ ਹੈ ਤੇ ਇਹ ਭਰਮ ਹਮੇਸ਼ਾ ਹੀ ਗਲਤ ਸਾਬਤ ਹੋਏ ਨੇ। ਚਾਹੇ ਉਹ ਅਰਵਿੰਦ ਕੇਜਰੀਵਾਲ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਨਰਿੰਦਰ ਮੋਦੀ ਹੋਵੇ, ਚਾਹੇ ਕੋਈ ਵੀ ਬੰਦਾ ਇਹਨਾਂ ਚੋਂ ਅਮਰਿੰਦਰ ਸਿੰਘ ਸਿਸਵਾ ਬਾਹਰ ਚੋਂ ਬਾਹਰ ਨਹੀਂ ਆਇਆ, ਕਿਸੇ ਲੋਕਾਂ ਨਾਲ ਇੰਟਰੈਕਸ਼ਨ ਬੰਦ ਹੋ ਗਿਆ। 2002 ਤੋਂ 7 ਵਾਲੀ ਕਿਉਂ ਬੈਟਰ ਮੰਨੀ ਜਾਂਦੀ ਸੀ ਉਹਦੀ ਪਾਰੀ, ਕਿਉਂਕਿ ਫਿਰ ਵੀ ਲੋਕਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਚ ਆਲੇ ਦੁਆਲੇ ਮਾੜਾ ਮੋਟਾ ਇੱਕ ਕ੍ਰਿਟੀਕ ਹੋ ਜਾਂਦਾ ਸੀ, ਇੱਕ ਨੀਅਤ ਵੀ ਸੀ ਤੇ ਨਾਲ ਕ੍ਰਿਟੀਕ ਵੀ ਹੋ ਜਾਂਦਾ ਸੀ। ਫਰਕ ਕਿਉਂ ਪੈਂਦੇ ਨੇ? ਇਹ ਸਾਰੇ ਫਰਕ ਇਹਨਾਂ ਗੱਲਾਂ ਦੇ ਕਰਕੇ ਪੈਂਦੇ ਨੇ। ਉਹਨਾਂ ਗੱਲਾਂ ਨੂੰ ਵੀ ਦਰੁਸਤ ਕਰਨ ਦੀ ਲੋੜ ਹੈ। ਜੀ ਹਰਮੀਤ ਸਿੰਘ ਜੀ, ਉਹ ਸਵਾਲ ਦਾ ਜਵਾਬ ਸਪਸ਼ਟ ਕਰਿਓ ਆਇਲਸ ਵਾਲੇ ਦਾ, ਕਿ ਸਿੱਖਿਆ ਪੱਧਰ ਨੂੰ ਚੰਗਾ ਰੱਖਣਾ ਚਾਹੀਦਾ ਹੈ ਜੇ ਪੰਜਾਬੀ ਮਾਂ ਬੋਲੀ ਨੂੰ ਪਹਿਲ ਹੈ, ਤੇ ਨਾਲ ਅੰਗਰੇਜ਼ੀ ਦੇ ਵਿੱਚ ਜਿਵੇਂ ਇਹਨਾਂ ਨੇ ਕਈ ਸਰਕਾਰੀ ਸਕੂਲਾਂ ਦੇ ਵਿੱਚ ਦੱਸਿਆ ਕਿ ਅੰਗਰੇਜ਼ੀ ਵੀ ਪੜ੍ਹਾਈ ਜਾਏਗੀ, ਉਸ ਪੱਧਰ ਦੀ ਪੜ੍ਹਾਉਣ ਤਾਂ ਕਿ ਆਇਲਸ ਤੱਕ ਜਾਂਦੇ ਜੇ ਬਾਹਰ ਵੀ ਜਾਣਾ ਤੇ ਸੌਖਾ ਜਿਹਾ ਹੋ ਜੇ ਬੱਚੇ ਨੂੰ, ਨਾਲੇ ਆਤਮ ਵਿਸ਼ਵਾਸ ਬਣਦਾ ਇਹਦੇ ਨਾਲ। ਮੈਨੂੰ ਤਾਂ ਲੱਗਦਾ ਆਈਲੈਟਸ ਤਾਂ ਕੋਈ ਡਿਗਰੀ ਨਹੀਂ ਹੈ, ਆਈਲੈਟਸ ਕੋਈ ਕਾਹਦੀ ਡਿਗਰੀ ਹੈ, ਕੋਈ ਗੱਲ ਨਹੀਂ ਹੈ। 4 ਸ਼ਬਦ ਸਿੱਖਣੇ ਨੇ ਇੱਧਰ ਉੱਧਰ ਜਿਹਨੂੰ ਮਰਜ਼ੀ। ਇਹ ਕਹਿੰਦੇ ਸੀ ਅਮਰਿੰਦਰ ਸਿੰਘ ਅਸੀਂ ਸਰਕਾਰੀ ਸਕੂਲਾਂ ਸਿਖਾ ਦਾਂਗੇ। ਜੇਕਰ ਇਹ ਤਰੀਕਾ ਕਰੋਗੇ ਤਾਂ ਮਤਲਬ ਤੁਸੀਂ ਧੱਕੇ ਦੇ ਰਹੇ ਹੋ ਬੰਦਿਆਂ ਤੋਂ। ਤੁਸੀਂ ਆਪਣੀ ਐਜੂਕੇਸ਼ਨ ਬੈਟਰ ਕਰੋ, ਕੰਪੀਟੀਟਿਵ ਬਣਾਓ ਉਹਨਾਂ ਨੂੰ। ਉਹ ਸਾਰੀਆਂ ਯੂਨੀਵਰਸਿਟੀਆਂ ਤੁਹਾਡੀਆਂ ਰੱਦ ਹੋ ਗਈਆਂ, 27,000 ਕਰੋੜ ਰੁਪਈਆ ਜਾ ਰਿਹਾ। ਤਾਂ ਜਿਹੜੀ ਯੂਨੀਵਰਸਿਟੀ 'ਚ ਜਾ ਕੇ 2 ਚੀਫ ਮਿਨਿਸਟਰ ਇਹ ਕਹਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਇਹਨੂੰ ਕਰਜ਼ ਮੁਕਤ ਕਰ ਦਾਂਗੇ,
ਤੇ ਅੱਜ ਤੱਕ ਤਾਂ ਹੋਈ ਨਹੀਂ। ਤੁਸੀਂ ਬੱਚਿਆਂ ਤੇ ਬੋਝ ਪਾਉਂਦੇ ਜਾਓਗੇ, ਐਜੂਕੇਸ਼ਨ ਮਹਿੰਗੀ ਕਰਦੇ ਜਾਓਗੇ। ਤੁਸੀਂ ਐਜੂਕੇਸ਼ਨ ਤੇ ਹੈਲਥ ਦੋ ਚੀਜ਼ਾਂ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹ ਸਸਤੀਆਂ ਕਰੇ। ਤੇ ਉੱਥੇ ਪੜ੍ਹਾਈ ਹੁੰਦੀ ਕਿਵੇਂ ਆ ਸਕੂਲ ਦੇ ਵਿੱਚ ਜਾਂ ਬਾਕੀ ਜਗ੍ਹਾ, ਉਹ ਹੋਊਗੀ ਤਾਂ ਜੇਕਰ ਹੇਠਾਂ ਜਵਾਬਦੇਹੀ ਹੋਏਗੀ, ਉਹ ਤਾਂ ਐਜੂਕੇਸ਼ਨ ਠੀਕ ਹੋਣੀ ਹੈ। ਸਟੈਂਡ ਲੈ ਲਓ ਤੁਸੀਂ, ਜਿਹੜਾ ਸਭ ਤੋਂ ਪਹਿਲਾਂ ਕਮਿਸ਼ਨ ਬਣਾਇਆ ਸੀ ਐਜੂਕੇਸ਼ਨ ਦਾ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ 1964 ਚ ਬਣਾਇਆ, 66 ਦੇ ਵਿੱਚ ਉਹਦੀ ਰਿਪੋਰਟ ਆ ਗਈ ਸੀ। ਔਰ ਉਹ ਕਮਿਸ਼ਨ ਕੀ ਕਹਿੰਦਾ ਸੀ? ਉਹ ਕਮਿਸ਼ਨ ਇਹ ਕਹਿੰਦਾ ਸੀ ਕਿ ਜੇ ਬਰਾਬਰ ਦੀ ਐਜੂਕੇਸ਼ਨ ਨਹੀਂ ਦੇ ਸਕਦੇ ਤੁਸੀਂ ਗੁਆਂਢੀ ਸਕੂਲ 'ਚ, ਤਾਂ ਬਰਾਬਰੀ ਦੇ ਨਾਅਰੇ ਤੇ ਬਰਾਬਰੀ ਦੀਆਂ ਗੱਲਾਂ ਕਰਨੀਆਂ ਫਰਾਡ ਹੈ। ਤਾਂ ਉਹ ਬਰਾਬਰੀ ਦਾ ਸਲੋਗਨ ਕੀ ਹੈ? ਤੁਹਾਡੇ ਜਿਹੜੇ ਵੀ ਬੱਚੇ ਜਿਹੜੇ ਵੀ ਬੰਦੇ ਫੈਸਲਾ ਕਰਨ ਨੇ, ਫੈਸਲਾ ਕਰਨ ਦੀ ਤਾਕਤ ਰੱਖਦੇ ਨੇ, ਉਹਨਾਂ ਦੇ ਜਵਾਕ ਤਾਂ ਉਹਨਾਂ ਸਕੂਲਾਂ 'ਚ ਪੜ੍ਹ ਹੀ ਨਹੀਂ ਰਹੇ। ਔਰ ਜਿਹੜੇ ਬੰਦੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ ਮੈਜੋਰਿਟੀ ਬੱਚੇ, ਉਹ ਤਾਂ ਦਲਿਤ ਦਾ, ਉਹ ਤਾਂ ਬਾਹਰ ਜਾਣ ਜੋਗਾ ਵੀ ਨਹੀਂ, ਉਹਦੇ ਕੋਲ ਤਾਂ ਪੈਸਾ ਹੀ ਨਹੀਂ, ਉਹ ਤਾਂ ਵਿਆਹ ਕਰਕੇ ਵੀ ਬਾਹਰ ਪੈਸਾ ਨਹੀਂ ਹੈ। ਜਿਹੜੇ ਬੱਚੇ ਆਈਲੈਟਸ ਕਰਕੇ ਜਾ ਰਹੇ ਨੇ ਮੈਜੋਰਿਟੀ, ਉਹਨਾਂ ਦੇ ਵਿੱਚੋਂ ਵੱਡਾ ਹਿੱਸਾ ਉਹ ਹੈ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਜਿਹਦੇ 'ਚ ਲੋਕ ਪੈਸੇ ਪਹਿਲਾਂ ਹੀ ਜ਼ਿਆਦਾ ਭਰਦੇ ਨੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਦੇਖੋ ਜੀ ਗੱਡੀ ਦਾ ਵੀ ਪੈਸਾ ਤੇ ਬਾਕੀ ਦਾ ਵੀ ਪੈਸਾ, ਫੀਸ ਵੀ ਜ਼ਿਆਦਾ ਦੇ ਰਹੇ ਆ। ਪਰਸੈਂਟੇਜ ਆਫ ਸਟੂਡੈਂਟ ਜਿਹੜੇ ਬਾਹਰ ਜਾ ਰਹੇ ਨੇ ਗਵਰਨਮੈਂਟ ਸਕੂਲਾਂ 'ਚੋਂ ਬੜੀ ਥੋੜੀ ਹੈ ਉਸ ਸਾਰੇ ਮਾਮਲੇ 'ਚ, ਜੇ ਤੁਸੀਂ ਅੰਦਾਜ਼ਾ ਲਾਓਗੇ। ਕਿਉਂਕਿ ਉਹਨਾਂ ਪੇਰੈਂਟਸ ਦੇ ਕੋਲ, ਜਿਹਦੇ ਪੇਰੈਂਟਸ ਕੋਲ ਪ੍ਰਾਈਵੇਟ ਸਕੂਲ ਦੀ ਫੀਸ ਦੇਣ ਦਾ ਪੈਸਾ ਨਹੀਂ, ਤਾਂ ਉਹਦੇ ਕੋਲ 20-25 ਲੱਖ ਲਾਉਣ ਦਾ ਪੈਸਾ ਨਹੀਂ ਆਉਂਦਾ ਕਿਸੇ ਵੀ ਤਰੀਕੇ ਦੇ ਨਾਲ। ਤੇ ਇਹਦੇ ਲਈ ਜ਼ਰੂਰੀ ਹੈ ਐਜੂਕੇਸ਼ਨ ਤਾਂ ਸੁਧਰੇਗੀ ਜੇਕਰ ਸਰਪੰਚ ਦਾ ਜਵਾਕ ਵੀ ਉਸੇ ਸਕੂਲ 'ਚ ਪੜ੍ਹੇਗਾ, ਜੇਕਰ ਅਧਿਆਪਕ ਦਾ ਜਵਾਕ ਵੀ ਉਸੇ ਸਕੂਲ 'ਚ ਪੜ੍ਹੇਗਾ, ਐਮਐਲਏ ਡੀਸੀ ਸਭ ਦਾ ਉਸੇ ਸਕੂਲ 'ਚ ਪੜ੍ਹੇਗਾ। ਆ ਇੱਕ ਫਰੀਦਕੋਟ ਵਾਲੇ ਡੀਸੀ ਨੇ ਲਾਇਆ, ਕਿੰਨੀਆਂ ਖਬਰਾਂ ਛਪੀਆਂ ਵੀ ਕਮਾਲ ਹੋ, ਤਾਂ ਬਾਕੀ ਨੂੰ ਵੀ ਤਾਂ ਲਾਉਣਾ ਚਾਹੀਦਾ। ਇਲਾਹਾਬਾਦ ਹਾਈ ਕੋਰਟ ਦੀ ਜੱਜਮੈਂਟ ਹੈ 18 ਅਗਸਤ 2015 ਦੀ, ਕਿ ਜਿਹੜਾ ਬੰਦਾ ਸਰਕਾਰ ਦੇ ਖਜ਼ਾਨੇ 'ਚੋਂ ਪੈਸੇ ਲੈਂਦਾ ਕਿਸੇ ਵੀ ਰੂਪ ਦੇ ਵਿੱਚ, ਉਹਦੇ ਬੱਚੇ ਨੇੜਲੇ ਸਕੂਲ 'ਚ ਪੜ੍ਹਨੇ ਚਾਹੀਦੇ ਨੇ। ਤੇ ਜੇ ਉਹ ਆਪਣੇ ਜਵਾਕ ਸਰਕਾਰੀ ਸਕੂਲ 'ਚ ਨਹੀਂ ਲਾਉਂਦਾ, ਤਾਂ ਜਿੰਨੇ ਉਹ ਆਪਣੇ ਬੱਚੇ ਤੇ ਖਰਚ ਕਰਦਾ ਪ੍ਰਾਈਵੇਟ ਸਕੂਲ 'ਚ, ਉਹਦੇ ਬਰਾਬਰ ਦਾ ਪੈਸਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਏ, ਤਾਂ ਕਿ ਉਹਨਾਂ ਬੱਚਿਆਂ ਦੀ ਵੀ ਪੜ੍ਹਾਈ ਜਿਹੜੀ ਹੈ ਹੋ ਸਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੁਹਾਨੂੰ ਬਰਾਬਰੀ ਦੀ ਲਾਈਨ ਤੇ ਚੱਲਣਾ ਪਏਗਾ, ਤਾਂ ਉਹਦੇ 'ਚੋਂ ਆਉਣਗੇ। ਸਾਡੇ ਰੌਲੇ ਹੀ ਇਹ ਹੈ ਕਿ ਹਾਕੀ ਲਈ ਪਲੇਅਰ ਚਾਹੀਦੇ ਨੇ, ਕ੍ਰਿਕਟ ਲਈ, ਉਹ ਅਸੀਂ ਦੇਸ਼ ਦੀ 138 ਕਰੋੜ 'ਚੋਂ ਥੋੜੀ ਲਿਆਉਂਦੇ ਆ, ਉਹ ਬਹੁਤ ਥੋੜੇ ਬੰਦਿਆਂ 'ਚੋਂ ਲਿਆਉਂਦੇ ਆ। ਜਿਹਨੂੰ ਪਹਿਲਾਂ ਸ਼ਹਿਰ ਦਾ ਬੰਦਾ ਚਾਹੀਦਾ, ਪਿੰਡ 'ਚ ਤਾਂ ਗਰਾਊਂਡ ਜਾਂ ਖੇਡ ਤੁਸੀਂ ਛੱਡੀ ਨਹੀਂ ਨਾ, ਉੱਥੇ ਕੋਚ ਛੱਡਿਆ ਕਿਸੇ ਵੀ ਰੂਪ ਦੇ ਵਿੱਚ। ਫਿਰ ਉੱਥੇ ਐਸਟ੍ਰੋਟਰੈਪ ਚਾਹੀਦਾ, ਉਹ ਕਿੰਨੇ ਸਾਡੇ ਪੰਜਾਬ ਦੇ ਵਿੱਚ ਕਿੰਨੀ ਜਗ੍ਹਾ ਨੇ। ਪਹਿਲੇ ਤੁਸੀਂ ਬਹੁਤ ਥੋੜਿਆਂ 'ਚੋਂ ਚੁਣਦੇ ਹੋ, ਜਦੋਂ ਬਹੁਤ ਥੋੜਿਆਂ 'ਚੋਂ ਚੁਣਦੇ ਹੋ ਤਾਂ ਵੱਡੇ ਪਲੇਅਰ ਨਹੀਂ ਆਉਣੇ, ਜਦੋਂ ਵੱਡੇ ਦਾਇਰੇ 'ਚੋਂ ਚੁਣੋਗੇ ਤਾਂ ਬਹੁਤ ਵੱਡੇ ਪਲੇਅਰ ਆਉਣਗੇ। ਇਸੇ ਲਈ ਵਿਆਪਕ ਜਿਹੜੀ ਇੱਕ ਲਾਈਨ ਹੁੰਦੀ ਹੈ, ਇੱਕ ਪਾਲਿਸੀ ਹੁੰਦੀ ਹੈ, ਜਿਹੜੀ ਵਿਆਪਕ ਪਾਲਿਸੀ ਐਜੂਕੇਸ਼ਨ ਦੀ ਹੋਣੀ ਹੈ। ਔਰ ਐਜੂਕੇਸ਼ਨ ਦੀ ਪਾਲਿਸੀ 2020 ਦੀ ਜਿਹੜੀ ਆ ਰਹੀ ਹੈ, ਨੇ ਭੱਠਾ ਬਿਠਾ ਦੇਣਾ, ਇੱਥੇ ਤਾਂ ਅਸੀਂ ਗੱਲ ਹੀ ਨਹੀਂ ਕਰਦੇ ਅਜੇ ਤੱਕ। ਤੇ ਉਹਨੇ ਤਾਂ ਸਾਰਾ ਹੀ ਪ੍ਰਾਈਵੇਟਾਈਜ਼ ਕਰ ਦੇਣਾ, ਤੇ ਉਹਨੇ ਸਾਰਾ ਹੀ ਸੈਂਟਰਲਾਈਜ਼ ਕਰ ਲੈਣਾ, ਤੇ ਉਹਦੇ 'ਚ ਕੋਈ ਸਕੋਪ ਹੀ ਨਹੀਂ ਹੈ ਉਦੋਂ ਬਾਅਦ ਮਤਲਬ ਆਮ ਬੰਦੇ ਦਾ, ਆਮ ਸਧਾਰਨ ਲੋਕਾਂ ਦਾ। ਉਹਦੇ ਤੇ ਨਾ ਪੰਜਾਬ ਸਰਕਾਰ ਬੋਲੀ ਅੱਜ ਤੱਕ, ਤੁਸੀਂ ਪੁੱਛ ਦੇਖ ਲਓ ਜੇਕਰ ਉਹਦਾ ਕੋਈ ਵਰਜਨ ਹੈ ਉਹਦੇ ਉੱਤੇ। ਤੇ ਅਸੀਂ ਵੱਡੇ ਪਾਲਿਸੀ ਲੈਵਲ ਦੇ ਇਸ਼ੂ ਐਡਰੈਸ ਨਹੀਂ ਕਰ ਰਹੇ। ਔਰ ਪਾਲਿਸੀ ਇਹੋ ਜਿਹਾ ਕੰਮ ਕਰਦੀ ਹੈ, ਜਿਵੇਂ ਕਹਿੰਦੇ ਨੇ ਬੰਦਾ ਜੋੜੇ ਪਲੀ ਪਲੀ, ਰਾਮ ਰੋੜਾਵੇ ਕੁੱਪਾ। ਬਾਕੀ ਸਾਰੇ ਛੋਟੇ ਮੋਟੇ ਤੁਸੀਂ ਪੈਚ ਵਰਕ ਕਰਦੇ ਵੀ ਰਹੋ, ਜਦ ਪਾਲਿਸੀ ਆ ਕੇ ਤੁਹਾਡੇ ਤੇ ਬਲਡੋਜ਼ ਹੋ ਜਾਂਦੀ ਹੈ, ਉਹ ਸਭ ਸਾਫ਼ ਕਰ ਜਾਂਦੀ ਹੈ ਉਹ ਸਾਰੇ ਦਾ ਸਾਰਾ ਕੰਮ। ਛੋਟੇ ਕਦਮ ਉਠਾਓ, ਪਰ ਨਾਲ ਦੀ ਨਾਲ ਵੱਡੇ ਪਾਲਿਸੀ ਲੈਵਲ ਤੇ ਲੜੋ। ਤੇ ਪੰਜਾਬ ਦੇ ਵਿੱਚ ਇੱਕ ਐਜੂਕੇਸ਼ਨ ਪਾਲਿਸੀ ਦਾ ਇੱਕ ਸੈਟਅਪ ਹੋਇਆ ਜਾਂ ਲਿਆਓ, ਜਿਹਦੇ 'ਚ ਆਟੋਮੈਟਿਕਲੀ ਪੜ੍ਹਾਈ ਹੋਣ ਲੱਗੇ, ਕਿ ਜਵਾਬਦੇਹੀ ਹੋਵੇ, ਔਰ ਟੀਚਰ ਹੇਠਾਂ ਜਵਾਬਦੇਹ ਹੋਣ, ਉੱਪਰ ਨਹੀਂ। ਬਾਕੀ ਦੇ ਬੰਦੇ ਹੇਠਾਂ ਜਵਾਬਦੇਹ ਹੋਣ। ਜਵਾਬਦੇਹੀ ਕਿਹਦੇ ਪ੍ਰਤੀ ਚਾਹੀਦੀ ਹੈ? ਜਿਹੜੇ ਗਰੀਬ ਮਾਪਿਆਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੀਆਂ ਕਮੇਟੀਆਂ ਪ੍ਰਤੀ, ਕਿਉਂਕਿ ਉਹਨੂੰ ਦਰਦ ਹੈ ਜਾ ਕੇ ਕਿ ਮੇਰਾ ਬੱਚਾ ਪੜ੍ਹਦਾ ਜਾਂ ਨਹੀਂ ਪੜ੍ਹਦਾ। ਔਰ ਤੁਸੀਂ ਮਿਡ ਡੇ ਮੀਲ ਕੁੱਕ ਪੰਜਾਬ 'ਚ ਦੇਖਦੇ ਹੋ, ਮਿਡ ਡੇ ਮੀਲ ਕਿੰਨੇ ਕੁ ਥਾਂ ਤੁਸੀਂ ਦੇਖਿਆ ਕਿ ਮਿਡ ਡੇ ਮੀਲ ਦੇ ਵਿੱਚ ਜ਼ਹਿਰੀਲਾਪਣ ਆ ਗਿਆ ਜੀ? ਨਹੀਂ ਤਾਂ ਉੱਥੇ ਬੜਾ ਉਹ ਹੈ, ਸਾਡੇ ਕਦੇ ਦੇਖਿਆ? ਕਿਉਂ ਨਹੀਂ ਦੇਖਦੇ ਅਸੀਂ? ਉਹਦਾ ਵੱਡਾ ਰੀਜਨ ਇਹ ਹੈ ਕਿਉਂਕਿ ਜਿਹੜੀਆਂ ਕੁੱਕ ਨੇ ਉਹ ਗਰੀਬ ਘਰਾਂ ਦੀਆਂ ਨੇ, ਉਹਦੇ ਆਪਣੇ ਜਵਾਕ ਵੀ ਉੱਥੇ ਪੜ੍ਹ ਰਹੇ ਨੇ। ਉਹਨੂੰ ਲੱਗਦਾ ਵੀ ਜੇ ਖਾਣੇ 'ਚ ਮੈਂ ਗੜਬੜ ਕੀਤੀ ਮੇਰਾ ਜਵਾਕ ਵੀ ਮਾਰਿਆ ਜਾਣਾ। ਉਹ 'ਚ ਇੰਟਰਸਟ ਕ੍ਰੀਏਟ ਹੁੰਦਾ ਹੈ। ਜਿੰਨਾ ਫਰਾਡ ਨਿਕਲਦਾ ਉਹਦੇ 'ਚ ਕੋਈ ਨਾ ਕੋਈ ਟੀਚਰ, ਕੋਈ ਨਾ ਕੋਈ ਬੜਾ ਅਧਿਕਾਰੀ ਨਿਕਲਦਾ, ਜਿਹੜਾ ਉਹ ਵੇਚਣ ਦੇ ਮਾਮਲੇ 'ਚ ਨਿਕਲਦੇ ਨੇ, ਕਿਉਂਕਿ ਉਹਦਾ ਡਾਇਰੈਕਟ ਇੰਟਰਸਟ ਉਹਦੇ ਵਿੱਚ ਨਹੀਂ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨਹੀਂ, ਚਾਹੇ ਆਈਲੈਟਸ ਚਾਹੇ ਬਾਕੀ ਦੀਆਂ ਚੀਜ਼ਾਂ, ਉਹ ਜਿਨ੍ਹਾਂ ਦਾ ਉਹਦੇ 'ਚ ਇੰਟਰਸਟ ਹੈ ਉਹਦੇ ਪ੍ਰਤੀ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਓ।
ਪਿੰਡਾਂ 'ਚ ਤਾਂ ਗ੍ਰਾਮ ਸਭਾਵਾਂ ਹੈਗੀਆਂ ਨੇ, ਗ੍ਰਾਮ ਸਭਾਵਾਂ ਤੋਂ ਕਿਉਂ ਚਿੜਦਾ, ਕਿਉਂ ਮੁਲਾਜ਼ਮ ਕੋਈ ਜਾਣਾ ਨਹੀਂ ਚਾਹੁੰਦਾ ਗ੍ਰਾਮ ਸਭਾ ਦੇ ਸਾਹਮਣੇ? ਜਵਾਬ ਦੇ। ਜਵਾਕ ਉਹਨਾਂ ਦੇ ਪੜ੍ਹਦੇ ਨੇ, ਉੱਥੇ ਤੁਹਾਨੂੰ ਸਵਾਲ ਹੀ ਪੁੱਛਣਗੇ। ਕੋਈ ਬੰਦਾ ਹੇਠਲਾ ਬੰਦਾ ਜਿਹੜਾ ਅਨਪੜ੍ਹ ਹੈ ਉਹ ਇਹ ਥੋੜੀ ਕਹੂਗਾ ਜਾ ਕੇ ਐਂ ਪੜ੍ਹਾ, ਉਹਨੂੰ ਤੇ ਉਹ ਤਾਂ ਆਉਂਦਾ ਹੀ ਨਹੀਂ। ਉਹ ਤਾਂ ਇਹ ਗੱਲ ਕਹੂ ਵੀ ਤੁਸੀਂ ਟਾਈਮ ਤੇ ਆਉਂਦੇ ਹੋ ਕਿ ਨਹੀਂ ਸਕੂਲ 'ਚ, ਤੇ ਸਕੂਲ 'ਚ ਆ ਕੇ ਪੀਰੀਅਡ ਲੈਂਦੇ ਹੋ ਕਿ ਨਹੀਂ ਲੈਂਦੇ, ਮੇਰੇ ਬੱਚੇ ਨੂੰ 2 ਮਹੀਨੇ 'ਚ ਕੁਝ ਪੜ੍ਹਨਾ ਆਇਆ ਕਿ ਨਹੀਂ ਆਇਆ, ਜੇ ਨਹੀਂ ਆਇਆ ਤਾਂ ਤੁਹਾਡੇ 'ਚ ਕੀ ਗਲਤੀ ਹੈ ਜਾਂ ਬਾਕੀ 'ਚ ਕੀ ਗਲਤੀ ਹੈ। ਇਹ ਸਾਰੀਆਂ ਗੱਲਾਂ ਚਰਚਾ ਹੋਣਗੀਆਂ ਤਾਂ ਆਪੀ ਹੌਲੀ ਹੌਲੀ ਵਧੀਆ ਚੀਜ਼ਾਂ ਸਿਸਟਮ ਹੋ ਜਾਊਗਾ। ਤੇ ਜੇ ਚਰਚਾ ਦੇ ਵਿੱਚ ਹੀ ਐ ਨਹੀਂ, ਕੋਈ ਪੁੱਛਣ ਵਾਲਾ ਦੱਸਣ ਵਾਲਾ ਨਹੀਂ, ਉੱਪਰਲਾ ਇੱਕ ਕਲਿੱਕ ਬਣ ਗਿਆ ਤੇ ਸਾਰੇ ਰਲ ਮਿਲ ਕੇ ਸਰਕਾਰੀ ਖਜ਼ਾਨੇ ਨੂੰ ਚੱਟੋ ਤੇ ਡਿਲੀਵਰੀ ਕੀ ਹੁੰਦੀ ਹੈ ਇਹਨੂੰ ਛੱਡ ਦਿਓ, ਫਿਰ ਤਾਂ ਆਪੀ ਉਹੀ ਚੀਜ਼ਾਂ ਹੋਣਗੀਆਂ। ਸ਼ੁਕਰੀਆ ਹਰਮੀਤ ਸਿੰਘ ਜੀ, ਧੰਨਵਾਦ ਤੁਹਾਡਾ।